ਤੁਹਾਨੂੰ ਕੀ ਲੱਗਦਾ ਕਿ ਗਵਰਨਮੈਂਟ ਦੀ ਜਿਹੜੀ ਅਪਰੋਚ ਹੈਗੀ ਹੈ ਕੰਮ ਕਰਨ ਤੱਕ ਕੋਵਿਡ-19 ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੀ ਰਹੀ? ਜਿਹੜੀ ਗੱਲ ਰਹੀ ਹੈ ਫੈਡਰਲ ਗਵਰਨਮੈਂਟ ਦੀ, ਜਿਹੜੀ ਉਹਨਾਂ ਨੇ ਸਪੋਰਟ ਸਿਸਟਮ ਕੀਤਾ, ਪ੍ਰਾਈਮ ਮਿਨਿਸਟਰ ਟਰੂਡੋ ਵਰਗਾ ਕੋਈ ਬੰਦਾ ਨਹੀਂ ਹੈਗਾ ਕੈਨੇਡਾ ਦੇ ਵਿੱਚ ਇਸ ਟਾਈਮ ਦੇ ਵਿੱਚ ਜਿੰਨੇ ਕਿ ਕੋਈ ਕਹਿ ਸਕਦਾ ਆਪਣੀ ਛਾਤੀ ਤੇ ਹੱਥ ਮਾਰ ਕੇ ਵੀ ਮੈਂ ਤੁਹਾਡੇ ਲਈ ਸਾਰਿਆਂ ਲਈ ਕੰਮ ਕੀਤਾ। ਤੇ ਲੋਕੀ ਕਈ ਹੁਣ ਜਿਹੜੇ ਬਿਗ ਫਾਰਮਰਸ ਨੇ ਉਹਨਾਂ ਮੈਨੂੰ ਫੋਨ ਕੀਤਾ, ਉਹ ਕਹਿੰਦੇ ਵੀ ਤੁਸੀਂ ਸਰਕਾਰ ਤੱਕ ਇਹ ਮੈਸੇਜ ਪਹੁੰਚਾਓ। ਮੈਂ ਕਿਹਾ ਵੀ ਕੀ ਮੈਸੇਜ ਕੀ ਤੁਹਾਡਾ? ਕਹਿੰਦੇ ਮੈਸੇਜ ਇਹ ਵੀ ਜਿਹੜੇ ਹੁਣ ਬੇਰੀ ਪੈਕ ਕਰਨ ਵਾਲੇ ਲੋਕ ਨੇ ਉਹ ਨਹੀਂ ਜਾ ਰਹੇ ਕਿਉਂਕਿ ਉਹ ਕਹਿ ਰਹੇ ਨੇ ਵੀ ਸਾਨੂੰ ਘਰ ਬੈਠੇ ਪੈਸੇ ਮਿਲਦੇ ਪਏ ਨੇ ਤੇ ਸਾਡਾ ਬਿਜ਼ਨਸ ਹੋ ਜਾਣਾ ਠੱਪ। ਆਟੋਆ ਦਾ ਪੈਸਾ ਲੈ ਕੇ ਤੇ ਅਸੀਂ ਪ੍ਰੋਵਿੰਸ ਨੰਬਰ 1 ਕਰ ਲਿਆ। ਮੇਰੇ ਹਿਸਾਬ ਨਾਲ ਇਹ ਗੱਲ ਚੰਗੀ ਗੱਲ। ਅਸੀਂ ਜੇ ਆਪਾਂ ਸਾਰਾ ਬੀਜੀ ਨੰਬਰ 1 ਤੇ ਆਇਆ ਸੀ ਤੇ ਇਹਦੇ ਵਿੱਚ ਤੇ ਲੋਕਾਂ ਦੀ ਐਪਰੀਸੀਏਸ਼ਨ ਬਣਦੀ ਹੈ ਕਿਉਂਕਿ ਉਹ ਘਰਾਂ 'ਚ ਬੈਠੇ ਜਾਂ ਉਹਨਾਂ ਨੇ ਚੀਜ਼ਾਂ ਨੂੰ ਸੈਕਰੀਫਾਈਸ ਕੀਤਾ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਤੁਹਾਡੀ ਵੀ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਆਟੋਆ ਦਾ ਪੈਸਾ ਸੀ ਤੇ ਅਸੀਂ ਬੀਜੀ ਵਾਲੇ ਬੱਲੇ ਬੱਲੇ ਕਰਾ ਰਹੇ ਆ। ਜੀ, ਮੇਰੀ ਤੁਸੀਂ ਗੱਲ ਨਹੀਂ ਸਮਝੇ ਧਿਆਨ ਨਾਲ। You are watching live talk show with Arshdeep ਤੇ ਅੱਜ ਗੱਲਬਾਤ ਹੋ ਰਹੀ ਹੈ ਡਾਕਟਰ ਗੁਲਜ਼ਾਰ ਚੀਮਾ ਜੀ ਦੇ ਨਾਲ। ਸੋ ਡਾਕਟਰ ਚੀਮਾ, ਹੁਣ ਇੱਕ ਜਿਹੜਾ ਸਵਾਲ ਮੇਰੇ ਦਿਮਾਗ ਦੇ ਵਿੱਚ ਆਇਆ ਹੈਗਾ ਆ ਕਿ ਸਰਕਾਰ, ਅਸੀਂ ਲੱਕੀ ਸਮਝਦੇ ਹਾਂ ਆਪਦੇ ਆਪ ਨੂੰ ਕਿ ਸਰਕਾਰ ਸਾਡੇ ਲਈ ਕੰਮ ਕਰ ਰਹੀ ਹੈਗੀ ਹੈ। ਫੈਡਰਲ ਸਰਕਾਰ ਨੇ ਬਹੁਤ ਸਾਰੇ ਪੈਸੇ ਦਿੱਤੇ ਹੈਗੇ ਆ ਸਾਨੂੰ, ਖਾਸ ਕਰਕੇ ਜਿਹੜੇ ਅਸੀਂ ਆਮ ਲੋਕ ਹੈਗੇ ਆ ਜਿਨ੍ਹਾਂ ਦੇ ਕੰਮ ਨਹੀਂ ਹੈਗੇ ਸੀ ਉਹਨਾਂ ਨੂੰ ਸਰਵ ਦਿੱਤਾ ਗਿਆ। $2000 ਸਾਨੂੰ ਘਰੇ ਬੈਠਿਆਂ ਨੂੰ ਹਜੇ ਤੱਕ ਮਿਲ ਰਹੇ ਹੈਗੇ ਆ। ਸੋ ਤੁਹਾਨੂੰ ਕੀ ਲੱਗਦਾ ਕਿ ਗਵਰਨਮੈਂਟ ਦੀ ਜਿਹੜੀ ਅਪਰੋਚ ਹੈਗੀ ਹੈ ਕੰਮ ਕਰਨ ਤੱਕ ਕੋਵਿਡ-19 ਦੇ ਸਮੇਂ ਦੇ ਦੌਰਾਨ ਕਿਸ ਤਰ੍ਹਾਂ ਦੀ ਰਹੀ ਹੈ? ਦੇਖੋ, ਜਿਹੜੀ ਨਾ ਕੋਵਿਡ-19 ਜਦੋਂ ਤੋਂ 25 ਜਨਵਰੀ ਤੋਂ ਜਦੋਂ ਤੋਂ ਪਹਿਲਾ ਕੇਸ ਹੋਇਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਜਿਹੜੇ ਸਾਰੇ ਸਟੈਪ ਨੇ ਇਹਨਾਂ ਨੇ ਸਾਇੰਸ ਨੂੰ ਫੋਲੋ ਕੀਤਾ। ਜਿਹੜੇ ਸੀ ਹੈਲਥ ਕੇਅਰ ਪ੍ਰੋਫੈਸ਼ਨਲਸ ਉਹ ਹੁੰਦੇ ਸੀ ਅੱਗੇ ਤੇ ਪੋਲੀਟੀਸ਼ੀਅਨ ਹੁੰਦੇ ਸੀ ਪਿੱਛੇ। ਪਰ ਜਿਹੜਾ ਫੈਡਰਲ ਗਵਰਨਮੈਂਟ ਜਿਹੜੀ ਸੀ ਨਾ ਉਹਨਾਂ ਨੇ ਉਹ ਡਾਇਰੈਕਸ਼ਨਾਂ ਸਾਰੀਆਂ ਫੋਲੋ ਕਰਕੇ ਤੇ ਕੋਵਿਡ-19 ਦਾ ਜਿਹੜਾ ਕਰਵ ਹੈ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। BC ਵਿੱਚ ਜ਼ਿਆਦਾ ਹੋਈ ਹੈ ਸਕਸੈਸ ਕਿਉਂਕਿ BC ਸਰਕਾਰ ਜ਼ਿਆਦਾ ਐਕਟਿਵ ਸੀ ਤੇ ਇਹਨਾਂ ਦਾ ਕੰਮ ਸਾਰਿਆਂ ਨੂੰ ਚੰਗਾ ਰਿਹਾ। ਜਿਹੜੀ ਗੱਲ ਰਹੀ ਹੈ ਫੈਡਰਲ ਗਵਰਨਮੈਂਟ ਦੀ, ਜਿਹੜੀ ਉਹਨਾਂ ਨੇ ਸਪੋਰਟ ਸਿਸਟਮ ਕੀਤਾ, ਪ੍ਰਾਈਮ ਮਿਨਿਸਟਰ ਟਰੂਡੋ ਵਰਗਾ ਕੋਈ ਬੰਦਾ ਨਹੀਂ ਹੈਗਾ ਕੈਨੇਡਾ ਦੇ ਵਿੱਚ ਇਸ ਟਾਈਮ ਦੇ ਵਿੱਚ ਜਿੰਨੇ ਕਿ ਕੋਈ ਕਹਿ ਸਕਦਾ ਆਪਣੀ ਛਾਤੀ ਤੇ ਹੱਥ ਮਾਰ ਕੇ ਵੀ ਮੈਂ ਤੁਹਾਡੇ ਲਈ ਸਾਰਿਆਂ ਲਈ ਕੰਮ ਕੀਤਾ। ਪਰ ਨਾਲ ਜਿਹੜਾ ਕੰਮ ਕਰਨ ਦੇ ਨਾਲ ਜਿਹੜਾ ਉਹਨਾਂ ਦਾ ਫਰਜ਼ ਤੇ ਵੀ ਕੰਮ ਕਰਨਾ ਤੇ ਫਰਜ਼ ਅੱਗੋਂ ਸਾਡਾ ਸਾਰਿਆਂ ਦਾ ਫਰਜ਼ ਇਹ ਬਣਦਾ ਵੀ ਅਸੀਂ ਜਿਹੜਾ ਸਾਨੂੰ ਪੈਸਾ ਟਰਾਂਸਫਰ ਹੋ ਰਿਹਾ ਉਹਨੂੰ ਅਸੀਂ ਸਹੀ ਤਰੀਕੇ ਨਾਲ ਲੈ ਰਹੇ ਹਾਂ ਕਿ ਨਹੀਂ। ਸੈਕਿੰਡ ਹੈਗਾ ਵੀ ਕਈ ਇਹੋ ਜਿਹੇ ਲੋਕ ਨੇ ਉਹ ਕਹਿ ਰਹੇ ਨੇ ਵੀ ਘਰ ਵਿਹਲੇ ਬੈਠੇ ਪੈਸੇ ਮਿਲ ਜਾਂਦੇ, ਮੈਂ ਕੰਮ ਤੇ ਕਿਉਂ ਜਾਣਾ। ਮੈਂ ਤੁਹਾਨੂੰ 2 ਐਗਜ਼ਾਮਪਲ ਦੇਣਾ ਕਿਉਂਕਿ ਮੈਂ ਇਸ ਪਾਰਟੀ ਦੇ ਵਿੱਚ ਫੰਡ ਰੇਜ਼ ਕਰਦਾ ਰਿਹਾ ਤੇ ਲੋਕੀ ਕਈ ਹੁਣ ਜਿਹੜੇ ਬਿਗ ਫਾਰਮਰਸ ਨੇ ਉਹਨਾਂ ਮੈਨੂੰ ਫੋਨ ਕੀਤਾ, ਉਹ ਕਹਿੰਦੇ ਵੀ ਤੁਸੀਂ ਸਰਕਾਰ ਤੱਕ ਇਹ ਮੈਸੇਜ ਪਹੁੰਚਾਓ। ਮੈਂ ਕਿਹਾ ਵੀ ਕੀ ਮੈਸੇਜ ਕੀ ਤੁਹਾਡਾ? ਕਹਿੰਦੇ ਮੈਸੇਜ ਇਹ ਵੀ ਜਿਹੜੇ ਹੁਣ ਬੇਰੀ ਪੈਕ ਕਰਨ ਵਾਲੇ ਲੋਕ ਨੇ ਉਹ ਨਹੀਂ ਜਾ ਰਹੇ ਕਿਉਂਕਿ ਉਹ ਕਹਿ ਰਹੇ ਨੇ ਵੀ ਸਾਨੂੰ ਘਰ ਬੈਠੇ ਪੈਸੇ ਮਿਲਦੇ ਪਏ ਨੇ ਤੇ ਸਾਡਾ ਬਿਜ਼ਨਸ ਹੋ ਜਾਣਾ ਠੱਪ। ਮੈਂ ਕਿਹਾ ਵੀ ਇਹਦੇ ਵਿੱਚ ਤੇ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਕੇ ਐਕਸਪਲੇਨ ਕਰੋ ਵੀ ਇਹ ਤੇ 2 ਮਹੀਨਿਆਂ ਨੂੰ ਹੋ ਜਾਣਾ ਪ੍ਰੋਗਰਾਮ ਖਤਮ ਤੇ ਜੇ ਕੰਮ ਨਾ ਕੀਤਾ ਤੁਹਾਨੂੰ ਅਨਇੰਪਲੋਇਮੈਂਟ ਨਹੀਂ ਮਿਲਣੀ, ਫਿਰ ਤੁਹਾਡਾ 6 ਮਹੀਨੇ ਫਿਰ ਅੱਗੇ ਕੰਮ ਖਰਾਬ ਹੋ ਜਾਣਾ। ਸੋ ਇਹ ਸਾਨੂੰ ਆਪ ਵਿਚਾਰ ਕਰਨਾ ਪੈਣਾ ਵੀ ਸਾਨੂੰ ਕਿੰਨਾ ਸਿਸਟਮ ਦੇ ਨੂੰ ਯੂਜ਼ ਕਰਨਾ, ਕਿੰਨਾ ਅਸੀਂ ਫਾਇਦਾ ਲੈਣਾ। ਸੋ ਮੈਂ ਸਮਝਦਾ ਵੀ ਇਹਦੇ ਵਿੱਚ ਤੋਂ ਕਈ ਪ੍ਰੋਬਲਮਸ ਹੈਗੀਆਂ ਛੋਟੀਆਂ ਪਰ ਉਹਦਾ ਜਿਹੜਾ ਨਾ ਕੋਈ ਜਿਹੜਾ ਓਵਰਆਲ ਤਰੀਕਾ ਜਿਹੜਾ ਆਪਾਂ ਨੂੰ ਸੋਚਣਾ ਪੈਣਾ। ਸੈਕਿੰਡ ਹੈਗਾ ਜੇ ਕੋਈ ਮਿਨੀਮਮ ਵੇਜ ਤੇ ਕੰਮ ਕਰਦਾ ਸੀ, $15 ਤੇ ਕੰਮ ਕਰਦਾ ਸੀ, ਕੋਈ ਕਿਚਨ ਕੈਬਨਟ ਬਣਾ ਰਿਹਾ, ਕੋਈ ਕਿਸੇ ਸ਼ਾਪ ਤੇ ਕੰਮ ਕਰਦਾ ਸੀ ਜਾਂ ਕੋਈ ਵੀ ਕੰਮ ਕਰਦਾ ਸੀ ਜਿਹਦਾ $1500 ਆਉਂਦਾ ਸੀ, ਉਹ ਤੇ ਨਹੀਂ ਕੰਮ ਕਰਨ ਲਈ ਤਿਆਰ ਹੋਣ। ਉਹ ਕਹਿ ਰਿਹਾ ਮੈਨੂੰ ਘਰ ਬੈਠੇ ਪੈਸੇ ਮਿਲਦੇ ਪਏ ਨੇ। ਸੋ ਇਹ ਗੱਲਾਂ ਸਾਨੂੰ ਆਪ ਵਿਚਾਰ ਕਰਨਾ ਪੈਣਾ। ਪਰ ਇਹ ਦੇਖੋ ਵੀ ਹੋ ਸਕਦਾ 2 ਜਾਂ 3 ਜਾਂ 4% ਕੋਈ ਇਹੋ ਜਿਹਾ ਕੰਮ ਹੋਏ, ਪਲੱਸ ਮੇ ਬੀ ਐਗਰੀਕਲਚਰ ਸੈਕਟਰ ਤੇ ਇਹਦਾ ਇੰਪੈਕਟ ਹੋ ਰਿਹਾ ਆਪਣੇ ਲੋਕਾਂ ਦੇ ਬਹੁਤ ਜ਼ਿਆਦਾ। ਜਿਹੜੇ ਬੈਰੀ ਪਿਕਰਸ ਨੇ ਉਹਨਾਂ ਦੀ ਬੜੀ ਪ੍ਰੋਬਲਮ ਹੋਣੀ ਹੈ। ਸੈਕਿੰਡ ਜਿਹੜਾ ਸਮਾਲ ਸਕੇਲ ਇੰਡਸਟਰੀ ਸੀ ਉਹਨਾਂ ਨੂੰ ਇਸ਼ੂ ਆ ਰਿਹਾ। ਸੋ ਉਹ ਤੇ ਅਸੀਂ ਆਪ ਕਰਨਾ ਫੈਸਲਾ ਵੀ ਅਸੀਂ ਕਿੰਨੇ ਕੁ ਇਮਾਨਦਾਰ ਹਾਂ। ਗਵਰਨਮੈਂਟ ਦਾ ਤਾਂ ਨਹੀਂ ਕੰਮ, ਗਵਰਨਮੈਂਟ ਹਰ ਘਰ ਵਿੱਚ ਜਾ ਕੇ ਪੁਲਿਸ ਤੇ ਨਹੀਂ ਬਣ ਸਕਦੀ ਨਾ, ਤੇ ਉਹ ਤੇ ਸਾਡੀ ਚਾਹੀਦੀ ਆਪਣੀ ਇਮਾਨਦਾਰੀ ਵੀ ਅਸੀਂ ਸਿਸਟਮ ਨੂੰ ਕਿੰਨਾ ਕੋਈ ਯੂਜ਼ ਕਰਨਾ ਜਾਂ ਕਿੰਨਾ ਅਬਿਊਜ਼ ਕਰਨਾ। ਬਾਕੀ ਜਿਹੜੀ ਗੱਲ ਰਹਿ ਗਈ ਸਰਕਾਰ ਨੇ, ਦੇਖੋ ਹੁਣ ਫੈਡਰਲ ਗਵਰਨਮੈਂਟ ਨੇ ਅੱਜ ਹੀ ਮੇਰੇ ਖਿਆਲ 'ਚ $19 ਬਿਲੀਅਨ ਤੇ ਪ੍ਰੋਵਿੰਸਾਂ ਨੂੰ ਕੀਤੇ ਨੇ ਟਰਾਂਸਫਰ। ਕਿੰਨਾ ਜਿਹੜਾ ਪੈਸਾ ਹਰ ਪ੍ਰੋਵਿੰਸ ਨੂੰ ਗਿਆ ਤੇ ਜਿਹੜੀ ਹੁਣ ਬੱਲੇ ਕਿਹਦੀ ਹੋ ਰਹੀ ਹੈ? ਪ੍ਰੋਵਿੰਸ ਦੀ ਹੋ ਰਹੀ ਹੈ। ਉਹ ਕਹਿ ਰਹੇ ਨੇ ਪ੍ਰੋਵਿੰਸ ਵਿੱਚ ਬੜਾ ਸੋਹਣਾ ਕੰਮ ਹੋਇਆ। ਅਫਕੋਰਸ ਇਹਨਾਂ ਨੇ ਬੜਾ ਸੋਹਣਾ ਕੰਮ ਕੀਤਾ ਹੈਲਥ ਕੰਟਰੋਲ ਕਰਨ ਲਈ, ਪਰ ਪੈਸੇ ਦਾ ਕੰਮ ਤੇ ਆਟਵਾ ਤੋਂ ਆਇਆ ਸਾਰਾ ਤੇ ਉਹਦਾ ਕ੍ਰੈਡਿਟ ਲੈ ਕੇ ਤੇ ਕਹਿਣਾ ਵੀ ਅਸੀਂ ਵੀ ਬੜੇ ਚੰਗੇ ਆ, ਨੰਬਰ ਸਾਡੇ ਬੜੇ ਅੱਗੇ ਨੇ, ਸਾਡੀ ਗਵਰਨਮੈਂਟ ਹਰ ਪਾਸੇ ਕੰਮ ਠੀਕ ਕਰਦੀ ਪਈ ਹੈ। ਉਹ ਤੇ ਕੰਮ ਗਲਤ ਹੈ ਨਾ।
ਕੋਈ ਆਦਮੀ ਤੇ ਬੇਵਕੂਫ ਤੇ ਹੈ ਨਹੀਂ, ਸਮਝੇ ਸਾਰਿਆਂ ਨੂੰ ਵੀ ਮੈਂ ਹੁਣ ਗੱਲ ਕਰਨੀ ਚਾਹੁੰਦਾ ਥੋੜੀ ਜਿਹੀ ਪੋਲੀਟੀਕਲ ਇੱਥੇ ਹੋ ਸਕਦਾ ਵੀ ਸਾਰਿਆਂ ਨੂੰ ਨਾ ਪਸੰਦ ਆਏ, ਪਰ ਗੱਲ ਤੇ ਕਰਨੀ ਚਾਹੀਦੀ ਹੈ। ਹਰ ਗੱਲ ਤੇ ਮਿੱਠੀ ਨਹੀਂ ਨਾ ਹੋ ਸਕਦੀ। ਜੇ ਹੁਣ BC ਦੀ ਗਵਰਨਮੈਂਟ ਦੀ ਗੱਲ ਕਰ ਲਓ, ਜੇ 3 ਮਹੀਨੇ ਪਹਿਲਾਂ 200 ਮੇਰੇ ਖਿਆਲ $30 ਮਿਲੀਅਨ ਸੀ ਸਰਪਲਸ, ਹੁਣ $12.5 ਬਿਲੀਅਨ ਡੈਫਿਸਿਟ ਹੋਇਆ। ਤੁਸੀਂ ਹੁਣ ਕੈਨੇਡਾ ਦਾ ਵੀ $343 ਬਿਲੀਅਨ ਡੈਫਿਸਿਟ ਹੈ। ਇਹ ਤੇ ਹੁਣ ਹੌਲੀ ਹੌਲੀ ਗੱਲਾਂ ਰਿਜ਼ੋਲਵ ਹੋਣੀਆਂ ਨੇ ਜਦੋਂ ਇਕਾਨਮੀ ਮੂਵ ਹੋਏਗੀ। ਇਕਾਨਮੀ ਲੋਕੀ ਕੰਮ ਕਰਨਗੇ, ਟੈਕਸ ਪੇ ਕਰਨਗੇ, ਸਰਵਿਸ ਟੈਕਸ ਪੇ ਕਰਨਗੇ, ਟਰਾਂਸਫਰ ਟੈਕਸ ਪੇ ਕਰਨਗੇ, ਲੋਕੀ ਪ੍ਰਾਪਰਟੀਜ਼ ਖਰੀਦਣਗੇ। ਉਹ ਲੋਕਾਂ ਨੇ ਜੇ ਬਾਹਰੋਂ ਆਉਣਾ ਹੀ ਬੰਦ ਹੋ ਗਏ, ਇਮੀਗ੍ਰੇਸ਼ਨ ਬੰਦ ਹੋ ਗਈ, ਫਿਰ ਪ੍ਰੋਬਲਮ ਪੈਣੀ ਹੈ। ਸਮਾਨ ਨਹੀਂ ਕੋਈ ਖਰੀਦਣਾ ਕਿਸੇ ਦਾ। ਕੋਈ ਗੱਲ ਸਿਸਟਮ ਨੂੰ ਕੋਲੈਕਟਿਵਲੀ ਕੈਨੇਡਾ ਕੀ ਦੁਨੀਆ ਦੇ ਵਿੱਚ ਹਰ ਕੰਟਰੀ ਨੇ ਕੋਲੈਕਟਿਵਲੀ ਕੰਮ ਕਰਕੇ ਸਿਸਟਮ ਨੂੰ ਬਲੌਕ ਕੀਤਾ ਤਾਂ ਕਿ ਟਰਾਂਸਮਿਸ਼ਨ ਨਾ ਹੋਏ ਡਿਜ਼ੀਜ਼ ਦੀ। ਪਰ ਹੁਣ ਅਗਲਾ ਵਿਚਾਰ ਕਰਨਾ ਪੈਣਾ ਵੀ ਕਿਹੜੀ ਸਰਕਾਰ ਹੈ ਆਪਣੇ ਦਿਮਾਗ ਦੇ ਨਾਲ ਇਨੋਵੇਸ਼ਨ ਤੇ ਕਿਹਨਾਂ ਕੋਲ ਐਕਸ਼ਨ ਪਲਾਨ ਹੈ। ਫੈਡਰਲ ਗਵਰਨਮੈਂਟ ਕੋਲ ਤੇ ਹੈਗੀ ਹੈ ਐਕਸ਼ਨ ਪਲਾਨ, BC ਦੀ ਨਹੀਂ ਮੈਂ ਦੇਖੀ ਹੈ ਜੀ ਐਕਸ਼ਨ ਪਲਾਨ। ਕਿਉਂਕਿ ਜਿਹੜੀ ਐਕਸ਼ਨ ਪਲਾਨ ਹੈ ਉਹ ਹੋਣੀ ਹੈ ਵੀ ਕੀ ਕਰਨਾ, ਤੁਸੀਂ ਕਿਸ ਤਰੀਕੇ ਨਾਲ ਡੈਫਿਸਿਟ ਨੂੰ ਕੰਟਰੋਲ ਕਰਨਾ। 2001 ਦੇ ਵਿੱਚ ਵੀ ਇਹੋ ਹਿਸਾਬ ਸੀ, ਬੜਾ ਵੱਡਾ ਸੀ ਡੈਫਿਸਿਟ ਜਦੋਂ ਸਾਡੀ ਸਰਕਾਰ ਬਣੀ ਹੈ ਪਹਿਲੀ। ਉਦੋਂ ਹੈਵ ਨਾਟ ਸੀ ਪ੍ਰੋਵਿੰਸ BC ਨੂੰ ਪੈਸੇ ਆਉਂਦੇ ਸੀ ਸੈਂਟਰ ਤੋਂ ਬਰਾਬਰ ਕਰਨ ਵਾਸਤੇ। ਬੜੀ ਮਿਹਨਤ ਕਰਕੇ ਸਰਕਾਰ ਨੇ ਪਿਛਲੇ 18 ਸਾਲ ਕੰਮ ਕਰਕੇ ਤੇ ਇਸ ਸਟੇਜ ਤੇ ਪਹੁੰਚੇ। ਪਰ ਆਪਾਂ ਇਹਨਾਂ ਨੂੰ 100% ਵੀ ਬਲੇਮ ਨਹੀਂ ਕਰ ਸਕਦੇ ਕਿਉਂਕਿ COVID-19 ਦਾ ਪੰਗਾ ਪੈ ਗਿਆ। ਸੋ ਮੁਸ਼ਕਲ ਹੈ। ਪਰ ਇੱਕ ਬੜੀ ਅਜੀਬ ਜੀ ਗੱਲ ਹੈ ਕਰਨੀ ਚਾਹੀਦੀ ਹੈ, ਜਿਹੜੀ ਗੱਲ ਕਿ ਇੰਨੇ ਸਿਸਟਮ ਦੇ ਵਿੱਚ ਮੁਸ਼ਕਲ ਹੋਣ ਦੇ ਨਾਲ ਗਵਰਨਮੈਂਟ ਆਫ BC ਨੇ ਇੱਕ ਕਮਿਊਨਿਟੀ ਵਾਸਤੇ ਕਿਹਾ ਵੀ ਤੁਸੀਂ ਸੈਂਟਰ ਬਣਾ ਲਓ ਜੀ। ਬੜੀ ਅਜੀਬ ਜੀ ਗੱਲ ਹੈ ਨਾ, ਕਿਉਂਕਿ ਇੱਥੇ 50 ਨੇ ਕਮਿਊਨਿਟੀਜ਼, ਬਾਕੀ 110 ਸਾਲਾਂ ਤੋਂ ਲੋਕਾਂ ਨੇ ਡਿਫਰੈਂਟ ਕਮਿਊਨਿਟੀਜ਼ ਆਈਆਂ ਨੇ। ਮਾਈਗ੍ਰੇਸ਼ਨ ਪਹਿਲਾਂ ਯੂਰਪ ਤੋਂ ਹੋਈ, ਫਿਰ ਆਪਣੇ ਇੰਡੀਆ ਤੋਂ ਲੋਕ ਆਏ, ਬਾਕੀ ਕੰਟਰੀਆਂ ਤੋਂ ਆਏ। ਹਰ ਇੱਕ ਕਮਿਊਨਿਟੀ ਦਾ ਹੱਕ ਬਣਦਾ ਵੀ ਟਾਈਮ ਸਿਰ ਆ ਕੇ ਉਹਨਾਂ ਦੀ ਰੈਕੋਗਨੀਸ਼ਨ ਹੋਏ। ਪਰ ਇੱਕ ਕਮਿਊਨਿਟੀ ਨੂੰ ਸਿਰਫ ਪੈਸੇ ਦੇਣੇ ਵੀ ਤੁਸੀਂ ਆਪਣਾ ਸੈਂਟਰ ਬਣਾ ਲਓ ਤੇ ਬਾਕੀਆਂ ਦਾ ਕੀ ਬਣਨਾ, ਇਹ ਤੇ ਬੜੀ ਅਜੀਬ ਜੀ ਗੱਲ ਲੱਗੀ ਹੈ। ਹੋ ਸਕਦਾ ਵੀ ਕੋਈ ਚੀਜ਼ ਮੈਂ ਮਿਸ ਕਰਨਾ ਪਿਆ, ਜਾਂ ਸਕਦਾ ਉਹਨਾਂ ਨੇ ਸਲਿੱਪ ਕਰਤਾ ਵਿੱਚ ਵੀ ਫਟਾਫਟ ਵੀ ਚਲੋ ਕਰ ਲਓ ਤੁਸੀਂ। ਪਰ ਇਹਦਾ ਮਤਲਬ ਇਹ ਵੀ ਜਿਹੜੀ ਬਾਕੀ ਕਮਿਊਨਿਟੀਆਂ ਦਾ ਕੋਈ ਰੋਲ ਨਹੀਂ BC ਨੂੰ ਬਿਲਡ ਕਰਨ ਦੇ ਵਿੱਚ। ਮੈਂ ਤੇ ਇਹਨਾਂ ਨੂੰ ਬੇਨਤੀ ਕਰਾਂਗਾ ਵੀ ਇੱਕ ਸੈਂਟਰ ਬਣਾਓ ਜਿੱਥੇ ਸਾਰੀਆਂ ਕਮਿਊਨਿਟੀਆਂ ਦਾ ਹਿੱਸਾ ਹੋਏ ਜੀ। ਤੇ ਇਕੱਲਾ ਸਰਕਾਰ ਦਾ ਨਹੀਂ ਕੰਮ ਵੀ ਪੈਸੇ ਜਿਹੜੇ ਨਾ ਇੱਕ ਟੈਕਸ ਪੇਅਰ ਤੋਂ ਖੋਹ ਕੇ ਤੇ ਬਾਕੀਆਂ ਨੂੰ ਵੰਡਣ। ਕੁਛ ਕਮਿਊਨਿਟੀਜ਼ ਪੈਸੇ ਪਾਉਣ, ਕੁਛ ਆਪਣੀ ਸਰਕਾਰ ਕੋ ਥੋੜ੍ਹਾ ਬਹੁਤਾ ਪੈਸਾ ਪਾਏ, ਕੋਈ ਫੈਡਰਲ ਗਵਰਨਮੈਂਟ ਪੈਸਾ ਪਾਏ। ਤੇ ਜੇ ਤੁਸੀਂ ਕੋਈ ਸੈਂਟਰ ਆਫ ਐਕਸਲੈਂਸ ਜਾਂ ਆਪਣਾ ਸ਼ੋਕੇਸ ਬਣਾਉਣਾ, BC ਨੂੰ ਦੁਨੀਆ ਦੇ ਵਿੱਚ ਵਿਖਾਉਣਾ, ਇੱਕ ਬੜਾ ਵੱਡਾ ਪਾਵਰ ਹਾਊਸ ਹੈ ਵੈਸਟ ਦੇ ਵਿੱਚ। BC ਸਭ ਤੋਂ ਅੱਗੇ ਹੈ ਨੰਬਰ ਤੇ ਜੇ ਅਸੀਂ ਹਰ ਕਮਿਊਨਿਟੀ ਨੂੰ ਬਰਾਬਰ ਕਰਨਾ ਇੱਕ ਰਾਊਂਡ ਟੇਬਲ ਦੇ ਵਿੱਚ ਤੇ ਫਿਰ ਵਿਤਕਰਾ ਤਾਂ ਨਹੀਂ ਨਾ ਹੋ ਸਕਦਾ। ਤੇ ਜੇ ਖਾਸ ਕਰਕੇ ਜਿਸ ਤਰ੍ਹਾਂ ਇੰਡੋ ਕੈਨੇਡੀਅਨ ਭਾਈਚਾਰਾ ਜਾਂ ਆਪਣੀ ਫਰੇਜ਼ਰ ਵੈਲੀ ਵਿੱਚ ਜਿਹੜੇ ਇਹਨਾਂ ਲੋਕੀ ਡੱਚ ਕਮਿਊਨਿਟੀ ਸੀ ਪਹਿਲਾਂ, ਇੱਥੇ ਪੁਰਤਗੀਜ਼, ਇਟਾਲੀਅਨ, ਜਰਮਨਸ, ਸਾਰੀਆਂ ਕਮਿਊਨਿਟੀਆਂ ਆਈਆਂ ਨੇ, ਤੇ ਫਿਰ ਤੁਸੀਂ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰਦੇ ਪਿਓ। ਜਾਂ ਹੋ ਸਕਦਾ ਵੀ ਇਹਨਾਂ ਨੂੰ ਸਮਝ ਨਹੀਂ ਹੈਗੀ, ਜਾਂ ਹੈਗਾ ਕਿ ਵੀ ਇੱਕ ਸੈਕਸ਼ਨ ਨੂੰ ਪੈਸੇ ਦਿਓ ਤੇ ਸੀਟਾਂ ਉੱਥੇ ਵਿਨ ਕਰ ਲਈ ਹੈ। ਇਹ ਗੱਲ ਕੋਈ ਬਣਨੀ ਨਹੀਂ, ਕਿਉਂਕਿ ਇਹ ਨਹੀਂ ਵੀ ਮੈਂ ਕੋਈ ਇਕੱਲਾ ਕੋਈ ਇਸ ਕੰਮ ਬਾਰੇ ਕੋਈ ਮਾਹਰ ਹਾਂ। ਪਰ ਜਦੋਂ ਅਸੀਂ ਇਸ ਪ੍ਰੋਵਿੰਸ ਵਿੱਚ ਰਹਿ ਰਹੇ ਹਾਂ, ਜਦੋਂ ਸਾਰਿਆਂ ਦੀ ਗੱਲਬਾਤ ਕਰਨੇ ਆ, ਜਦੋਂ ਇੱਕ ਬੰਨੇ ਤੇ ਅਸੀਂ ਕਹਿ ਰਹੇ ਹਾਂ, ਅਸੀਂ ਸਾਰੇ ਮੰਨਦੇ ਹਾਂ ਵੀ BC ਗਵਰਨਮੈਂਟ ਨੇ ਡਿਊਰਿੰਗ ਦਿਸ ਟਾਈਮ COVID-19 ਦੇ ਟਾਈਮ ਦੇ ਵਿੱਚ ਬੜਾ ਵਧੀਆ ਕੰਮ ਕੀਤਾ। ਉਹ ਕੰਮ ਹੈਲਥ ਪ੍ਰੋਫੈਸ਼ਨਲ ਨੇ ਕੰਮ ਕੀਤਾ, ਉਸ ਗੱਲ ਨੂੰ ਪਰੇ ਕਰ ਦਿਓ। ਬਹੁਤ ਸੋਹਣਾ ਕੰਮ ਕੀਤਾ, ਚੰਗਾ ਕੰਮ ਕੀਤਾ। ਪਰ ਜਿਹੜਾ ਉਸ ਕੰਮ ਦੇ ਅੰਦਰ ਹੀ ਜਿਹੜਾ ਅਨਾਉਂਸਮੈਂਟ ਹੋਈ ਹੈ ਤੇ ਪਲੱਸ $12.5 ਬਿਲੀਅਨ ਦਾ ਡੈਫਿਸਿਟ ਹੈ, ਇਟਸ ਅ ਲੋਟ ਆਫ ਮਨੀ। ਤੇ ਜਿਹੜੇ ਲੋਕਾਂ ਨੂੰ ਪੈਸੇ ਮਿਲਦੇ ਪਏ ਨੇ, ਪਹਿਲਾਂ ਤੁਸੀਂ ਸਵਾਲ ਪੁੱਛਿਆ ਕਿੱਥੋਂ ਆ ਰਹੇ ਨੇ, ਇਹ ਟੀਮ ਕੈਨੇਡਾ ਤੋਂ ਪੈਸੇ ਆ ਰਹੇ। ਜਸਟਨ ਟਰੂਡੋ ਦੀ ਗਵਰਨਮੈਂਟ ਪੈਸੇ ਦੇ ਰਹੀ ਹੈ, ਟਰਾਂਸਫਰ ਪੇਮੈਂਟਸ ਉਹ ਦੇ ਰਹੇ ਨੇ, ਵਧਾਤੀਆਂ ਉਹਨਾਂ ਨੇ। ਹੁਣ ਜੇ ਅੱਗੋਂ ਉਹਨਾਂ ਨੇ ਇਹਦੇ ਬਾਰੇ ਹੁਣ ਕਈ ਮਿਊਨਿਸਪੈਲਿਟੀਜ਼ ਨੂੰ ਵੀ ਪੈਸੇ ਮਿਲਨੇ ਨੇ। ਤਾਂ ਸਾਰਾ ਮਿਲਾ ਕੇ ਜਿਹੜਾ ਮੇਜਰ ਫੰਡਿੰਗ ਤੇ ਆ ਰਹੀ ਉੱਥੋਂ, ਤੇ ਇਹ ਤਾਂ BC ਗਵਰਨਮੈਂਟ ਦਾ ਤੇ ਬੜਾ ਘੱਟ ਹੈ, ਜਿਹੜਾ ਇਹਨਾਂ ਦਾ ਰੋਲ ਜਿਹੜਾ ਹਿੱਸਾ ਹੈ ਫਾਈਨੈਂਸ਼ੀਅਲੀ ਬਹੁਤ ਘੱਟ ਹੈ। ਤੇ ਫਿਰ ਇਹ ਗੱਲਾਂ ਨਾ ਆਪਣੇ ਲੋਕਾਂ ਨੂੰ ਕਈ ਵਾਰੀ ਸਮਝ ਤੋਂ ਥੋੜ੍ਹੀ ਜਿਹੀ ਦੂਰ ਪੈ ਜਾਂਦਾ, ਕਿਉਂਕਿ ਅਸੀਂ ਲੋਕ ਬੜੇ ਭੋਲੇ ਭਾਲੇ। ਹਰ ਬੰਦਾ ਫਸਿਆ ਵੀ ਮੈਂ ਕੰਮ ਤੇ ਜਾਣਾ, ਮੈਂ ਬਿੱਲ ਪੇ ਕਰਨੇ ਨੇ, ਮੈਂ ਆਪਣੀ ਫੈਮਿਲੀ ਨੂੰ ਕਿਸ ਤਰ੍ਹਾਂ ਤੋਰਨਾ, ਮੈਂ ਸਕੂਲ ਕਿੱਦਾਂ ਚਲਾਉਣੇ ਨੇ, ਆਪਾਂ ਟੈਕਸ ਦੇ ਰਹੇ ਹਾਂ, ਆਪਾਂ ਕੰਮ ਕਰਨੇ ਪਏ ਹਾਂ।
ਪਰ ਜਿਹੜੀ ਅੰਡਰਨੀਥ ਜਿਹੜੀ ਕਰੰਟ ਤੇ ਥੱਲੇ ਹਵਾ ਚੱਲਦੀ ਪਈ ਉਹਦੇ ਬਾਰੇ ਵੀ ਧਿਆਨ ਰੱਖਣਾ ਸਾਡਾ ਫਰਜ਼ ਬਣਦਾ, ਕਿਉਂਕਿ ਜਿਹੜਾ $12.5 ਬਿਲੀਅਨ ਇਹਨਾਂ ਡੈਫਿਸਿਟ ਨੂੰ ਕੰਟਰੋਲ ਕਰਨ ਵਾਸਤੇ ਸਾਲਾਂ ਬੱਧੀ ਕੰਮ ਕਰਨਾ ਪੈਣਾ ਤੇ ਕਿਸੇ ਨੇ ਕਿਸੇ ਨੂੰ ਪੇ ਕਰਨਾ ਪੈਣਾ ਤੇ ਐਕਸ਼ਨ ਪਲਾਨ ਵੇਖਣੀ ਪੈਣੀ ਹੈ। ਪਰ ਉਹ ਤੇ ਕਰਨਗੇ, ਪਰ ਜਿਹੜਾ ਜਿਹੜੀ ਫੰਡਿੰਗ ਕੀਤੀ ਹੈ ਇਹ ਬੜੀ ਅਜੀਬ ਗੱਲ ਹੈ। ਪਿਛਲੇ ਕਈ ਸਾਲਾਂ ਤੋਂ ਮੈਨੂੰ ਜਾਪਦਾ ਵੀ ਪਿਛਲੀ ਸਰਕਾਰ ਜਿਹੜੀ ਸਾਡੀ ਸੀ ਉਹਨਾਂ ਵੀ ਕੁਝ ਨਹੀਂ ਸੀ ਕੀਤਾ, ਜਿਹੜੀ ਪ੍ਰੋਵਿੰਸ ਦੀ ਉਹਨਾਂ ਵੀ ਨਹੀਂ ਕਿਹਾ ਵੀ ਕੋਈ ਸੈਂਟਰ ਬਣਾਈ ਹੈ। ਸਿਰਫ ਇੱਕ ਇੰਡੀਆ ਗੇਟ ਬਣਾਉਣ ਦੀ ਖਾਤਰ ਹੀ ਬਣਾਉਣਾ ਚਾਹੁੰਦੇ ਸੀ, ਪਹਿਲਾਂ ਉਹਦਾ ਵੀ ਚੱਕਰ ਪਾਤਾ ਸੀ। ਉੱਥੇ ਜਿਹੜੀ ਆਪਣਾ ਪੰਜਾਬੀ ਮਾਰਕੀਟ ਹੈ ਉੱਥੇ ਇੰਡੀਆ ਗੇਟ ਜਾਂ ਪੰਜਾਬੀ ਗੇਟ ਬਣਾਉਣ ਵਾਸਤੇ 2-3 ਵਾਰੀ ਫੈਸਲਾ ਹੋਇਆ, ਆਪਣੇ ਆਪ ਹੀ ਫਿਰ ਲੀਕ ਕਰਤਾ, ਆਪਣੇ ਆਪ ਹੀ ਕੰਮ ਖਰਾਬ ਹੋ ਗਿਆ, ਉਹ ਬਣਿਆ ਨਹੀਂ ਸਾਡਾ। ਤੇ ਫਿਰ ਉਹ ਸਾਡਾ ਸਰੀ ਵਿੱਚ ਆਪਣੀ 500,000 ਮਿਲੀਅਨ ਲੋਕ ਆ ਸੀ, ਫਰੇਜ਼ਰ ਵੈਲੀ ਵਿੱਚ ਆ, ਆਪ ਕਲੋਨਾਂ ਦੇ ਵਿੱਚ ਆ, ਬਾਕੀ ਜਗ੍ਹਾ ਵਿੱਚ ਸਾਡਾ ਇਹ ਮਤਲਬ ਪੰਜਾਬੀ ਕਮਿਊਨਿਟੀ ਤਾਂ ਫਿਰ ਰਹਿ ਗਈ ਨਾ ਪੈਸੇ ਦੇਣ ਜੋਗੀ ਤੇ ਸਤਿ ਸ੍ਰੀ ਅਕਾਲ ਬੁਲਾਉਣ ਜੋਗੀ। ਤਾਂ ਬਸ ਵਿਸਾਖੀ ਦੀ ਪਰੇਡ ਕਰਕੇ ਇਹਨਾਂ ਨੂੰ ਬੁਲਾ ਲਓ, ਇਹਨਾਂ ਦੇ ਗਲ 'ਚ ਪਾ ਲਓ ਹਾਰ, ਇਹਨਾਂ ਨੂੰ ਟਾਈਮ ਦਿਓ ਵੀ ਤੁਸੀਂ ਬੋਲੋ ਤੇ ਕਹੋ ਵੀ ਤੁਸੀਂ ਬੜੇ ਚੰਗੇ ਲੋਕ ਹੋ, ਪਰ ਹਿੱਸਾ ਦੇ ਦਿਓ ਸਾਰਿਆਂ ਦਾ ਬਰਾਬਰ। ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਵੀ ਅਸੀਂ ਸਾਨੂੰ ਇਕੱਲਿਆਂ ਨੂੰ ਕਰੋ ਰੈਕੋਗਨਾਈਜ਼, ਕਿ ਪਰ ਜਿਹੜਾ ਤੁਸੀਂ ਸਾਰਿਆਂ ਵਾਸਤੇ ਕੰਮ ਕਰੋ ਤੇ ਜਿਹੜੇ ਸਾਰੇ ਨੇ ਪਰਸੈਂਟੇਜ ਵੇਖ ਲਓ ਫਿਰ ਸਾਰਿਆਂ ਦੀ। ਜੀ ਬਿਲਕੁਲ। ਇੱਕ ਕਾਲਰ ਨੇ ਆਪਣੇ ਨਾਲ, ਉਹਨਾਂ ਨਾਲ ਗੱਲ ਕਰਦੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਡਾਕਟਰ ਸਾਹਿਬ, ਜਿੱਦਾਂ ਹੁਣ ਤੁਸੀਂ ਕਹਿਣ ਡਏ ਹੋ ਵੀ ਦੂਜੇ ਪ੍ਰੋਵਿੰਸਾਂ ਤੋਂ ਪੈਸਾ ਲੈ ਕੇ, ਸੌਰੀ ਆਟਵਾ ਦਾ ਪੈਸਾ ਲੈ ਕੇ ਤੇ ਅਸੀਂ ਪ੍ਰੋਵਿੰਸ ਨੰਬਰ 1 ਕਰ ਲਿਆ, ਮੇਰੇ ਹਿਸਾਬ ਨਾਲ ਇਹ ਗੱਲ ਚੰਗੀ ਗੱਲ ਨਹੀਂ। ਅਸੀਂ ਜੇ ਆਪਾਂ ਸਾਰਾ ਬੀਜੀ ਨੰਬਰ 1 ਤੇ ਆਇਆ ਸੀ ਤੇ ਇਹਦੇ ਵਿੱਚ ਤੇ ਲੋਕਾਂ ਦੀ ਐਪਰੀਸੀਏਸ਼ਨ ਬਣਦੀ ਹੈ, ਕਿਉਂਕਿ ਉਹ ਘਰਾਂ 'ਚ ਬੈਠੇ ਜਾਂ ਉਹਨਾਂ ਨੇ ਚੀਜ਼ਾਂ ਨੂੰ ਸੈਕਰੀਫਾਈਸ ਕੀਤਾ। ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਤੁਹਾਡੀ ਵੀ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਆਟਵਾ ਦਾ ਪੈਸਾ ਸੀ ਤੇ ਅਸੀਂ ਬੀਜੀ ਵਾਲੇ ਬੱਲੇ ਬੱਲੇ ਕਰਾ ਰਹੇ ਆ। ਨਹੀਂ, ਤੁਸੀਂ ਫਿਰ ਮੇਰੀ ਤੁਸੀਂ ਗੱਲ ਨਹੀਂ ਸਮਝੇ ਧਿਆਨ ਨਾਲ। ਮੈਂ ਜੋ ਤੁਸੀਂ ਕਹਿ ਰਹੇ ਹੋ ਮੈਂ ਵੀ ਉਹੀ ਗੱਲ ਕੀਤੀ ਹੈ। ਗੱਲ ਇਹ ਬੇਸਿਕਲੀ ਕਿ ਜਿਹੜਾ ਮਨੀ ਟ੍ਰਾਂਸਫਰ ਆਈ ਹੈ ਫੈਡਰਲ ਗਵਰਨਮੈਂਟ ਦੀ ਮੋਸਟਲੀ, ਤੇ ਜਦੋਂ ਫੈਡਰਲ ਗਵਰਨਮੈਂਟ ਨੇ ਮਨੀ ਟ੍ਰਾਂਸਫਰ ਕੀਤੀ ਹੈ ਤੇ ਉਹਨਾਂ ਦੀ ਗੱਲ ਹੀ ਹੈ ਨਾ, ਪ੍ਰੋਵਿੰਸ ਤੇ ਬਰਖਲਾਫ ਤੇ ਗੱਲ ਨਹੀਂ ਕਰਦੇ ਪਏ। ਪਰ ਜਦੋਂ ਤੁਹਾਨੂੰ ਪਤਾ ਵੀ ਇਹ ਤੋਂ ਚੱਲ ਕੇ ਮਨੀ B ਤੇ ਆਈ ਹੈ, ਸਾਰਿਆਂ ਨੇ ਕੀਤਾ ਸੈਕਰੀਫਾਈਸ, BC ਨੇ ਵੀ ਕੀਤਾ, ਬਾਕੀ ਪ੍ਰੋਵਿੰਸਾਂ ਨੇ ਵੀ ਕੀਤਾ ਸੈਕਰੀਫਾਈਸ। ਉਹ ਨਹੀਂ ਗੱਲ ਹੋ ਰਹੀ, ਤੁਸੀਂ ਗੱਲ ਉਲਟ ਲੈ ਗਏ, ਬਿਲਕੁਲ ਹੀ ਸਮਝ ਨਹੀਂ ਆਈ ਤੁਹਾਡੀ ਜੀ ਗੱਲ, ਕਿ ਜਿਹੜਾ ਸਿੰਪਲ ਜਿਹੜਾ ਪੈਸਾ ਹੈ ਫੈਡਰਲ ਗਵਰਨਮੈਂਟ ਦੀ ਫੰਡਿੰਗ ਆ ਰਹੀ ਹੈ, ਜਿਹੜਾ ਘਰ ਬੈਠਿਆਂ ਮਿਲਦਾ ਪਿਆ ਪੈਸਾ ਉਹ ਵੀ ਫੈਡਰਲ ਗਵਰਨਮੈਂਟ ਦਾ ਆ ਰਿਹਾ, ਜਿਹੜੀ ਬਿਜ਼ਨਸ ਦਾ ਪੈਸਾ ਮਿਲਦਾ ਇਹ ਵੀ ਫੈਡਰਲ ਗਵਰਨਮੈਂਟ ਦਾ ਆ ਰਿਹਾ। ਸਾਰਾ ਪੈਸਾ ਤਾਂ ਹੈ ਟੈਕਸ ਪੇਅਰ ਦਾ, ਪਰ ਫੈਡਰਲ ਗਵਰਨਮੈਂਟ ਦਾ ਪੈਸਾ ਪ੍ਰੋਵਿੰਸ ਦਾ ਨਹੀਂ ਪੈਸਾ ਹੈਗਾ। ਫਿਰ ਤੁਹਾਨੂੰ ਮੈਂ ਕਲੈਰੀਫਾਈ ਕਰ ਦੇਣਾ। ਪਲੱਸ ਜਿਹੜਾ ਇਹਨਾਂ ਨੇ ਰੈਂਟਲੀ ਕੁਝ ਕੀਤਾ ਹੋਣਾ ਪੈਸਾ, ਜਾਂ ਕਈ ਲੋਕ ਸੀ ਜਿਹਨਾਂ ਨੂੰ ਡਿਸੇਬਿਲਿਟੀ ਦਾ ਇਹਨਾਂ ਨੇ ਪੈਸੇ ਵਧਾਏ ਨੇ, ਉਹ ਗੱਲ ਵੱਖਰੀ ਹੈ। ਪਰ ਜਿਹੜਾ ਮੇਜਰ ਜਿਹੜੀ ਫੰਡਿੰਗ ਹੈ ਉਹ ਫੈਡਰਲ ਗਵਰਨਮੈਂਟ ਤੋਂ ਆਈ ਹੈ। ਜੀ ਬਿਲਕੁਲ, ਜਿਵੇਂ ਤੁਸੀਂ ਐਕਸਪਲੇਨ ਕੀਤਾ, ਬੜੀ ਚੰਗੀ ਤਰ੍ਹਾਂ ਐਕਸਪਲੇਨ ਕੀਤਾ, ਬੜੀ ਚੰਗੀ ਤਰ੍ਹਾਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਅਬਜ਼ਰਵ ਕੀਤਾ ਤੇ ਫਿਰ ਸਾਡੇ ਤੱਕ ਗੱਲ ਪਹੁੰਚਾਈ ਹੈਗੀ ਹੈ। ਪਰ ਉਹਦੇ ਵਿੱਚੋਂ ਕੁਐਸਚਨ ਬਹੁਤ ਨਿਕਲ ਕੇ ਸਾਹਮਣੇ ਆਉਂਦੇ ਨੇ। ਉਹਦੇ ਵਿੱਚੋਂ ਜੇ ਪਹਿਲਾ ਕੁਐਸਚਨ ਮੇਰੇ ਦਿਮਾਗ ਦੇ ਵਿੱਚ ਇਹ ਆਉਂਦਾ ਹੈ ਕਿ ਜਦੋਂ ਜਸਟਿਨ ਟਰੂਡੋ ਨੇ ਸਰਬ ਨੂੰ ਅਨਾਉਂਸ ਕੀਤਾ ਸੀ ਨਾ, ਉਦੋਂ NDP ਦੇ ਲੀਡਰ ਦੇ ਵੱਲੋਂ ਕਿਹਾ ਗਿਆ ਸੀ ਇਹਨੂੰ ਯੂਨੀਵਰਸ ਕਰ ਦਿਓ, ਕਿ ਯੂਨੀਵਰਸਲ ਕਰ ਦਿਓ, ਕਿ ਹਰ ਕਿਸੇ ਨੂੰ ਮਿਲ ਜਾਵੇ, ਤੇ ਬਾਅਦ ਚੋਂ ਜਦੋਂ ਟੈਕਸ ਭਰਨਾ ਆ ਉਦੋਂ ਉਹ ਚੀਜ਼ ਪੈਸਾ ਜਿਹੜਾ ਹੈਗਾ ਉਹ ਤੁਹਾਨੂੰ ਟੈਕਸ ਦੇ ਥਰੂ ਦਿੱਤਾ ਜਾਊਗਾ, ਵਾਪਸ ਆ ਜਾਊਗਾ, ਚਾਹੇ ਉਹ ਅਮੀਰ ਹੈਗਾ ਗਰੀਬ ਹੈਗਾ, ਹਰ ਕਿਸੇ ਨੂੰ ਦੇ ਦਿਓ। ਪਰ ਫੈਡਰਲ ਸਰਕਾਰ ਨੇ ਨਹੀਂ ਮੰਨੀ, ਉਹ ਕਹਿੰਦੇ ਨਹੀਂ, ਜਿਨ੍ਹਾਂ ਨੇ ਅਪਲਾਈ ਕਰਨਾ, ਜਿਨ੍ਹਾਂ ਕੋਲ ਕੰਮ ਨਹੀਂ ਹੈਗਾ, ਸਿਰਫ ਉਹੀ ਲੈਣਗੇ। ਪਰ ਫਿਰ ਬਾਅਦ ਵਿੱਚ ਇਹ ਵੀ ਐਲੀਗੇਸ਼ਨ ਜਿਹੜਾ ਹੈ ਫੈਡਰਲ ਸਰਕਾਰ ਤੇ ਲੱਗਿਆ ਹੈ ਕਿ ਇਹਨਾਂ ਨੇ ਪੈਸੇ ਜ਼ਿਆਦਾ ਹੀ ਦੇ ਦਿੱਤੇ ਆ ਕੁਛ, ਕਿ ਲੋਕਾਂ ਦੇ ਨਾਲ ਓਪੀਓਇਡ ਕ੍ਰਾਈਸਿਸ ਹੋ ਗਿਆ ਹੈਗਾ, ਲੋਕ ਨਸ਼ੇ ਕਰਨ ਲੱਗੇ, ਵਿਹਲੇ ਹੋ ਗਏ, ਆਪਣੇ ਕੰਮਾਂ ਤੇ ਨਹੀਂ ਜਾ ਰਹੇ ਹੈਗੇ। ਸੋ ਇਹ ਕੁਐਸਚਨ ਨੂੰ ਮੈਂ ਇੱਥੇ ਹੀ ਸਟਾਪ ਕਰਦੀ ਹਾਂ। ਇੱਕ ਕਾਲਰ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ, ਵਧੀਆ ਸ਼ੋ ਹੈ ਡਾਕਟਰ ਸਾਹਿਬ, ਬੜਾ ਵਧੀਆ ਲੱਗ ਰਿਹਾ, ਤੇਰੀ ਗੱਲਾਂ ਬੜੀਆਂ ਵਧੀਆ। ਮੈਨੂੰ ਇੱਕ ਗੱਲ ਦੱਸੋ, ਜਿਹੜਾ ਅੱਜ ਕੱਲ੍ਹ ਸਰੀ RCMP ਤੇ ਸਰੀ RCMP ਇਹਨਾਂ ਦਾ ਜਿਹੜਾ ਰੌਲਾ ਚੱਲੀ ਜਾਂਦਾ, ਇਹਨਾਂ ਨੇ ਬੜਾ ਕਨਫਿਊਜ਼ ਜਿਹਾ ਕੀਤਾ ਹੋਇਆ ਸਾਰਿਆਂ ਨੂੰ। ਇਹ ਵੀ ਦੁਬਾਰਾ ਪੈਸੇ ਲਾਓ, ਟੈਕਸ ਮਨੀ ਤੁਸੀਂ ਗਲਤ ਵਰਤੋ, ਇਹਨਾਂ ਬਾਰੇ ਵੀ ਡਾਕਟਰ ਸਾਹਿਬ ਤੁਸੀਂ ਆਪ ਦਾ ਵੀ ਵਿਊ ਪੁਆਇੰਟ ਹੋ, ਤੁਸੀਂ ਬੜੇ ਸਿਆਣੇ ਸੁਲਝੇ ਹੋਏ ਸਾਡੀ ਕਮਿਊਨਿਟੀ ਦੇ ਰਿਪਰੈਜ਼ੈਂਟੇਟਿਵ ਹੈਗੇ ਹੋ, ਤੇ ਤੁਸੀਂ ਇਸ ਤੇ ਥੋੜੀ ਜਿਹੀ ਨਾ, ਮੈਂ ਕਹਿੰਦਾ 2 ਮਿੰਟ ਜ਼ਰੂਰ ਸਾਨੂੰ ਸਮਝਾਓ, ਬੜੀ ਮਿਹਰਬਾਨੀ। ਥੈਂਕ ਯੂ ਜੀ, ਥੈਂਕ ਯੂ ਫॉर द ਕੁਐਸਚਨ। ਦੇਖੋ, ਇਹ ਜਿਹੜਾ ਸਵਾਲ ਹੈ ਨਾ ਤੁਹਾਡਾ, ਜਦੋਂ ਪਿਛਲੀ ਵਾਰੀ ਹੋਈ ਸੀ ਨਾ ਸਿਵਿਕ ਦੀ ਇਲੈਕਸ਼ਨ, ਉਹਦੇ ਵਿੱਚੋਂ ਡਗ ਮੈਕੈਲਨ ਦੀ ਜਿਹੜੀ ਟੀਮ ਸੀ ਨਾ, ਉਹਨਾਂ ਨੇ ਵਿਨ ਕੀਤਾ ਸੀ। ਉਹਨਾਂ ਦਾ ਜਿਹੜਾ ਪਲੇਟਫਾਰਮ ਵਿੱਚ ਇੱਕ ਉਹਨਾਂ ਨੇ ਇਸ਼ੂ ਖੜਾ ਕੀਤਾ ਸੀ ਵੀ ਅਸੀਂ ਜਿਹੜੀ ਨਾ ਸਰੀ
ਸਰੀ ਦੇ ਵਿੱਚੋਂ ਅਸੀਂ ਸਰੀ ਪੁਲਿਸ ਲੈ ਕੇ ਆਉਣੀ ਹੈ। ਸੋ ਉਹ ਫੈਸਲਾ ਜਿਹੜਾ ਉਦੋਂ ਟਾਈਮ ਸੀ ਲੋਕਾਂ ਦਾ ਵੋਟਾਂ ਪਾ ਕੇ ਫੈਸਲਾ ਕਰਨ ਦਾ, ਉਹਨਾਂ ਲੋਕਾਂ ਨੇ ਉਹਨਾਂ ਦੇ ਹੱਕ 'ਚ ਪਾਈਆਂ ਸੀ ਵੋਟਾਂ, ਉਹ ਵੋਟ ਪਾ ਕੇ ਤੇ ਉਹਨਾਂ ਕੋਲ ਮੈਂਡੇਟ ਹੈਗਾ। ਉਹ ਡਗ ਮਕੈਲਨ ਦੀ ਜਿਹੜੀ ਟੀਮ ਹੈ ਉਹਨਾਂ ਨੇ ਉਸ ਫੈਸਲੇ ਨੂੰ ਲਾਗੂ ਕਰਨ ਦੀ ਵਾਸਤੇ ਅਗਲਾ ਕਦਮ ਉਠਾਇਆ। ਹੁਣ ਇਹਨੂੰ ਚੇਂਜ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਆਲਰੇਡੀ ਡਿਸੀਜਨ ਬਣ ਚੁੱਕਾ, ਬੋਰਡ ਬਣ ਚੁੱਕਾ, ਫੈਸਲੇ ਹੋ ਚੁੱਕੇ ਨੇ, ਪੈਸੇ ਖਰਚ ਹੋ ਚੁੱਕੇ ਨੇ। ਪਰ ਸਾਰੇ ਵੀ ਨਾਲ ਨੋਟ ਕਰੋ, ਕਾਲਰ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਗੁਆਂਢ ਦੇ ਵਿੱਚ ਡੈਲਟਾ ਪੁਲਿਸ ਹੈਗੀ ਕਿ ਨਹੀਂ ਹੈਗੀ, ਉਹ ਚੱਲਦੀ ਪਈ ਹੈ ਨਾ ਬੜੀ ਸੋਹਣੀ। ਐਵਸਫੋਰਡ ਵਿੱਚ ਵੀ ਹੈਗੀ ਪੁਲਿਸ, ਉਹਨਾਂ ਦੀ ਤੇ ਨਹੀਂ RCMP ਹੈਗੀ। ਵੈਨਕੂਵਰ ਦੇ ਵਿੱਚ ਵੀ ਵੈਨਕੂਵਰ ਪੁਲਿਸ ਹੈ। ਤੇ ਜੇ ਹੁਣ ਫੈਸਲਾ ਹੋ ਹੀ ਗਿਆ ਤੇ ਆਪਾਂ ਨੂੰ ਇਹਦੇ ਵਿੱਚੋਂ ਅੜਚਨ ਪਾਉਣ ਦਾ ਤੇ ਕੋਈ ਹੁਣ ਟਾਈਮ ਨਹੀਂ ਹੈਗਾ ਕਿਉਂਕਿ ਕੋਆਪਰੇਸ਼ਨ ਦਾ ਟਾਈਮ ਹੈ ਵੀ ਆਪਾਂ ਮਿਲ ਕੇ ਜਿਹੜੀਆਂ ਸਾਨੂੰ ਕੋਈ ਮੁਸ਼ਕਲਾਂ ਨੇ ਇਸ ਜਿਹੜਾ ਬੋਰਡ ਬਣਿਆ ਜਾਂ ਮੇਅਰ ਤੱਕ ਜਾਂ ਕੌਂਸਲ ਤੱਕ ਅਸੀਂ ਪਹੁੰਚਾਈਏ। ਪਰ ਜਦੋਂ ਗੱਲ ਆਲਰੇਡੀ ਉਹ ਟ੍ਰੇਨ ਦੀ ਗੱਡੀ ਜਿਹੜੀ ਹੈ ਨਾ ਪਹੁੰਚ ਚੁੱਕੀ ਹੈ ਅਗਲੇ ਸਟੇਸ਼ਨ ਤੇ ਆਪਾਂ ਜਿਹੜਾ ਪੁਰਾਣਾ ਸਟੇਸ਼ਨ ਹੈ ਉਹਦੀਆਂ ਇੱਟਾਂ ਪੁੱਟਾਂ ਦਾ ਤਾਂ ਕੋਈ ਫਾਇਦਾ ਨਹੀਂ ਨਾ। ਜੀ ਬਿਲਕੁਲ। ਇੱਕ ਹੋਰ ਕਾਲਰ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਾਂਜੀ, ਮੈਂ ਟੀਵੀ ਦੇਖ ਰਹੀ ਸੀ, ਡਾਕਟਰ ਸਾਹਿਬ ਜਿੱਦਾਂ ਕਿ ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਜੀ, ਤਾਂ ਬਹੁਤ ਵਧੀਆ ਲੱਗ ਰਿਹਾ। ਤੇ ਮੈਂ ਇਹ ਪੁੱਛਣਾ ਸੀ ਕਿ ਜਿੱਦਾਂ ਹੁਣ ਜਿਹੜੇ ਕੋਵਿਡ ਕਰਕੇ ਜਿਹੜੇ ਫੈਮਿਲੀਜ਼ ਸਾਡੀਆਂ ਉੱਥੇ ਇੰਡੀਆ ਫਸੀਆਂ ਹੋਈਆਂ ਨੇ, ਉਹ ਇੱਥੇ ਕਿੱਦਾਂ ਮਤਲਬ ਪਹੁੰਚਣਗੇ ਪਲੇਨਸ, ਇਹਦਾ ਸਾਰੇ ਬਾਰੇ ਪੁੱਛਣਾ ਸੀ ਕਿ ਕਿੱਦਾਂ ਹੋ ਸਕਦਾ ਹੈ ਇਹਦਾ ਸਾਰਾ ਟਰੈਵਲ ਦਾ। ਥੈਂਕ ਯੂ ਜੀ, ਥੈਂਕ ਯੂ ਫॉर द ਕੁਐਸਚਨ। ਇਹਦੇ ਨਾ ਦੇਖੋ ਇਸੇ ਗੱਲ ਕਰਕੇ ਨਾ ਪਹਿਲਾਂ ਜਿਹੜੀ ਮੈਂ ਇੱਕ ਨਿਊਜ਼ ਦੇਖੀ ਸੀ ਜਾਂ ਆਪਾਂ ਪੜ੍ਹੀ ਹੈ, ਮੈਂ ਡਿਸਕਸ ਕੀਤੀ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਾਸਤੇ ਫਲਾਈਟਸ ਬਾਰੇ ਜਿਹੜਾ ਜੋ ਵੀ ਚਰਚਾ ਹੋ ਰਿਹਾ, ਪਰ ਜਿਹੜਾ ਤੁਸੀਂ ਗੱਲ ਕਰਦੇ ਪਏ ਜਿਹੜੇ ਆਲਰੇਡੀ ਲੋਕ ਉੱਥੇ ਬੈਠੇ ਨੇ, ਜਿਹੜੇ ਲੋਕ ਗਏ ਸੀ ਜਿਨ੍ਹਾਂ ਨੂੰ ਅਜੇ ਤੱਕ ਮੌਕਾ ਨਹੀਂ ਮਿਲਿਆ ਵਾਪਸ ਆਉਣ ਦਾ, ਉਹਨਾਂ ਵਾਸਤੇ ਬੈਸਟ ਤਰੀਕਾ ਕਿ ਤੁਸੀਂ ਆਟੋਵਾ ਵਿੱਚ ਹੈਗਾ ਫੋਰਨ ਅਫੇਅਰਸ ਦਾ ਨੰਬਰ, ਉਹਨਾਂ ਨੂੰ ਫੋਨ ਕਰਕੇ ਆਪਣੀ ਰਜਿਸਟ੍ਰੇਸ਼ਨ ਕਰਾ ਕੇ ਤੇ ਉਹਨਾਂ ਨੂੰ ਰਿਕੁਐਸਟ ਕਰੋ। ਸਾਰਿਆਂ ਦੀ ਰਿਕੁਐਸਟ ਮੰਨਦੇ ਪਏ ਨੇ, ਲੋਕੀ ਆ ਰਹੇ ਨੇ, ਉਹ ਬੈਚਸ ਵਿੱਚ ਆ ਰਹੇ ਨੇ। ਮੋਸਟਲੀ ਜਿਹੜੇ ਲੋਕ ਸੀ ਉਹਨਾਂ ਨੂੰ ਆਉਣ ਦਾ ਮੌਕਾ ਮਿਲ ਗਿਆ। ਇੱਕੋ ਪ੍ਰੋਬਲਮ ਆ ਰਹੀ ਹੈ ਸਾਰਿਆਂ ਨੂੰ ਕਿ ਲੋਕਾਂ ਨੂੰ ਪੈਸੇ ਦਾ ਖਰਚਾ ਬਹੁਤ ਕਰਨਾ ਪਿਆ। ਕਈਆਂ ਦੀਆਂ ਪੁਰਾਣੀਆਂ ਸੀ ਟਿਕਟਸ ਜਿਹੜੀਆਂ ਸਸਤੀਆਂ ਸੀ, ਪਰ ਉਹਨਾਂ ਨੂੰ ਹੁਣ $2500 ਜਾਂ $3200 ਖਰਚਣਾ ਪਿਆ। ਸੋ ਇਹਦੇ ਤੋਂ ਇਹਦਾ ਪ੍ਰੋਬਲਮ ਦਾ ਇਹਦੀ ਸੋਲਵ ਤੇ ਕਰਦੇ ਪਏ ਨੇ, ਪਰ ਆਉਣ ਵਾਲੇ ਸਮੇਂ ਦਾ ਵਿਚਾਰ ਕਰੋ। ਨੈਕਸਟ ਸਟੈਪ ਇਹ ਹੈਗਾ ਕਿ ਇਹ ਜਿਹੜੀਆਂ ਤਕਲੀਫਾਂ ਨੇ, ਨੈਚੁਰਲ ਡਿਜ਼ਾਸਟਰ, ਇਹ ਪਹਿਲੀ ਵਾਰੀ ਨਹੀਂ ਹੋਇਆ ਤੇ ਅੱਗੇ ਵੀ ਹੋ ਸਕਦਾ। ਸੋ ਸਾਨੂੰ ਇਨ ਫਿਊਚਰ ਜੇ ਪਲਾਨ ਕਰਨਾ ਤੇ ਆਪਾਂ ਨੂੰ ਸਾਰਾ ਕੁਝ ਇੰਸ਼ੋਰੈਂਸ ਦਾ ਫੈਸਲਾ ਕਰਨਾ ਪੈਣਾ, ਟਰੈਵਲ ਦਾ ਪਹਿਲਾਂ ਵੇਖਣਾ ਵੀ ਕਿਹੜੀ ਟਰੈਵਲ ਏਜੰਸੀ ਚੰਗੀ ਤਰ੍ਹਾਂ ਡੀਲ ਕਰਦੀ ਹੈ। ਜਾਣ ਤੋਂ ਪਹਿਲਾਂ ਆਪਣਾ ਨਾਂ ਆਪਣੀ ਰਜਿਸਟ੍ਰੇਸ਼ਨ ਕਰਾਓ ਆਟੋਵਾ ਦੇ ਵਿੱਚ, ਫੋਨ ਕਰਕੇ ਵੀ ਮੈਂ ਫਲਾਣੇ ਪਿੰਡ ਜਾ ਰਿਹਾ, ਫਲਾਣੇ ਸ਼ਹਿਰ ਜਾ ਰਿਹਾ। ਕਈ ਲੋਕ ਆਪਣੇ ਇਸ ਕਰਕੇ ਨਹੀਂ ਸੀ ਕਰਦੇ ਰਜਿਸਟ੍ਰੇਸ਼ਨ, ਉਹਨਾਂ ਨੂੰ ਇਹ ਬੜਾ ਭੁਲੇਖਾ ਸੀ ਕਿ ਜੇ ਅਸੀਂ ਉੱਥੇ ਜਾਵਾਂਗੇ ਸਾਡੀ ਪੈਨਸ਼ਨ ਨਾ ਕੈਂਸਲ ਕਰ ਦੇਣ। ਜਦੋਂ ਅਸੀਂ 5 ਮਹੀਨਿਆਂ ਬਾਅਦ ਵਾਪਸ ਆਉਣਾ, ਇਸ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਪਰ ਓਵਰਆਲ ਜਿਹੜਾ ਨਾ ਕੰਮ ਹੈ ਮੁਸ਼ਕਲ ਸੀ ਕਿਉਂਕਿ ਕਿਸੇ ਨੇ ਪਲਾਨ ਨਹੀਂ ਸੀ ਕੀਤਾ ਕਿ ਵੀ ਇਹੋ ਜਿਹਾ ਕੰਮ ਹੋਣਾ। ਤੇ ਨਾਲੇ ਇੱਥੇ ਜਿਹੜੇ ਬੈਠੇ ਕਈ ਲੋਕ, ਉਹਨਾਂ ਨੂੰ ਇਹ ਨਹੀਂ ਸਮਝ ਹੈਗੀ ਕਿ ਇਹ ਕੋਈ ਕਾਮਨ, ਇਹ ਕੋਈ ਸਿੰਪਲ ਜਿਹਾ ਕੰਮ ਨਹੀਂ ਉੱਥੇ ਕਿ ਤੁਸੀਂ ਪੰਜਾਬ ਤੋਂ ਉੱਠ ਕੇ ਫਾਰ ਐਗਜ਼ਾਮਪਲ ਕਿਸੇ ਸ਼ਹਿਰ ਦਾ ਨਾਂ ਲੈ ਲਓ, ਜਲੰਧਰ ਤੋਂ ਤੁਸੀਂ ਆਉਣਾ ਦਿੱਲੀ ਤੱਕ ਤੇ ਤੁਹਾਨੂੰ ਪੈਦਲ ਤਾਂ ਨਹੀਂ ਆ ਸਕਦੇ, ਕਾਰ 'ਤੇ ਆਉਣਾ। ਉਹ ਹਰ ਜਗ੍ਹਾ 'ਤੇ ਲੋਕਡਾਊਨ ਸੀ, ਹਰ ਜਗ੍ਹਾ 'ਤੇ ਤੁਹਾਨੂੰ ਰੂਲ ਫਾਲੋ ਕਰਨੇ ਪੈਣੇ ਸੀ। ਫਿਰ ਅੱਗੇ ਆ ਕੇ ਪਲੇਨ ਦਾ ਕੋਈ ਇੰਤਜ਼ਾਮ ਨਹੀਂ ਸੀ। ਕਈਆਂ ਨੇ ਪਹਿਲਾਂ ਟਿਕਟਸ ਬੁੱਕ ਸਨ, ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਸਿਟੀਜ਼ਨ ਵੀ ਆ ਸਕਦੇ ਹੋ, ਫਿਰ PR ਵਾਲੇ ਆ ਸਕਦੇ ਨੇ, ਫਿਰ ਕੰਬਾਈਨ ਆ ਸਕਦੇ ਨੇ। ਸੋ ਕਨਫਿਊਜ਼ਨ ਸੀ ਬੜਾ। ਪਰ ਹੁਣ ਜਿਹੜੇ ਸਾਡੇ ਮੈਂਬਰ ਆਫ ਪਾਰਲੀਮੈਂਟ ਨੇ ਜਾਂ ਗਵਰਨਮੈਂਟ ਆਫ ਕੈਨੇਡਾ ਨੇ ਇਸ ਕੰਮ ਦੇ ਵਿੱਚ ਬਹੁਤ ਮਿਹਨਤ ਕਰਕੇ ਤੇ ਚੰਗੇ ਤਰੀਕੇ ਨਾਲ ਆਪਣੇ ਲੋਕਾਂ ਨੂੰ ਵਾਪਸ ਲਿਆਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪਰ ਖਰਚਾ ਬਹੁਤ ਹੋਇਆ ਲੋਕਾਂ ਦਾ, ਇਹ ਤਾਂ ਗੱਲ ਠੀਕ ਹੈ ਵੀ ਕਈਆਂ ਨੂੰ $1400 ਦੀ ਟਿਕਟ ਸੀ, ਹੁਣ $3200 ਖਰਚਣੇ ਪਏ। ਸੋ ਇਹਦੇ ਵਿੱਚ ਇਹ ਤਾਂ ਮੁਸ਼ਕਲ ਆਈ ਹੈ। ਨੈਚੁਰਲ ਡਿਜ਼ਾਸਟਰ ਜੋ ਇਹ ਨੈਚੁਰਲ ਸਾਨੂੰ ਪ੍ਰੋਬਲਮ ਆ ਗਈ ਕੋਵਿਡ-19 ਦਾ, ਕਿਸੇ ਨੂੰ ਨਹੀਂ ਸੀ ਪਤਾ ਵੀ ਕੋਵਿਡ-19 ਦਾ ਚੱਕਰ ਪੈਣਾ ਕਿਉਂਕਿ ਆਪਣੇ ਲੋਕ ਜਾਂਦੇ ਨੇ ਹਰ ਸਾਲ, ਆਪਣੇ ਘਰਾਂ ਜਾਂਦੇ ਨੇ, ਆਪਣੀ ਫੈਮਲੀਜ਼ ਕੋਲ ਜਾਂਦੇ ਨੇ। ਉੱਥੇ ਕੋਈ ਲੈਂਗੁਏਜ ਦਾ ਬੈਰੀਅਰ ਕੋਈ ਨਹੀਂ, ਹੈਲਥ ਦਾ ਕੋਈ ਨਹੀਂ ਸੀ ਇਸ਼ੂ ਜਦੋਂ ਗਏ ਸਨ। ਪਰ ਜਦੋਂ ਉੱਥੇ ਫਸ ਗਏ ਫਿਰ ਸਾਰਾ ਕੰਮ ਖਰਾਬ ਹੋ ਗਿਆ। ਸੋ ਹੋਪਫੁਲੀ ਤੁਸੀਂ ਆਪਣੇ ਜਿਹੜੇ ਤੁਹਾਡੇ ਮੈਂਬਰ ਆਫ ਪਾਰਲੀਮੈਂਟ ਨੇ ਕਿਸੇ ਨੂੰ ਵੀ ਫੋਨ ਕਰ ਲਓ, ਦੇ ਆਰ ਵੈਰੀ ਇਫੈਕਟਿਵ। ਸਾਰਿਆਂ ਨੇ ਬੜੀ ਮਿਹਨਤ ਕਰਕੇ ਬੜੇ ਸੋਹਣੇ ਤਰੀਕੇ ਨਾਲ, ਕਈ ਪ੍ਰਾਈਵੇਟ ਲੋਕਾਂ ਨੇ ਵੀ ਬੜੀ ਟਰਾਈ ਕੀਤੀ ਹੈ ਕਿ ਅਸੀਂ ਹੈਲਪ ਕਰੀਏ। ਪਰ ਜਿਹੜੇ ਕੰਮ ਸਰਕਾਰ ਦੇ ਨੇ ਉਹ ਸਰਕਾਰ ਹੀ ਕਰਦੀ ਹੈ। ਜਿਹੜੀਆਂ ਏਵੀਏਸ਼ਨ ਦੇ ਜਿਹੜੇ ਨੇ
ਇਸ਼ੂਜ਼ ਨੇ ਉਹ ਸਰਕਾਰ ਟੂ ਸਰਕਾਰ ਨੇ, 에ਅਰਲਾਈਨ ਟੂ 에ਅਰਲਾਈਨ ਨਹੀਂ ਗੱਲ ਬਣਦੀ। ਪਰਮਿਸ਼ਨ ਤੁਹਾਨੂੰ ਓਰੀਜਨ ਆਫ ਕੰਟਰੀ ਤੋਂ ਲੈਣੀ ਪੈਂਦੀ ਹੈ, ਲੈਂਡਿੰਗ ਕੰਟਰੀ ਤੋਂ ਤੁਹਾਨੂੰ ਲੈਣੀ ਪੈਣੀ ਹੈ, ਉਹਦੀ ਇੰਸ਼ੋਰੈਂਸ ਦਾ ਚੱਕਰ ਹੈ। 에ਅਰ ਸਪੇਸ ਦੇ ਵਿੱਚ ਜਿਹੜੀ ਨਾ ਕਈ ਤਰ੍ਹਾਂ ਦੀਆਂ ਇਸ਼ੂਜ਼ ਨੇ, ਤੁਸੀਂ ਕਈ ਟਰੈਵਲ ਜ਼ੋਨ ਨੇ ਤੁਸੀਂ ਨਹੀਂ ਕਰ ਸਕਦੇ। ਸੋ ਕਾਫੀ ਗੱਲਾਂ ਕਰਕੇ ਮੁਸ਼ਕਲ ਆਈ। ਸੋ ਤੁਹਾਡਾ ਜਿਹੜਾ ਸਵਾਲ ਹੈ ਨਾ, ਇਹਦਾ ਆਨਸਰ ਕੁਝ ਸਿੰਪਲ ਨਹੀਂ ਹੈਗਾ, ਕੰਪਲੈਕਸ ਹੈ ਬੜਾ। ਪਰ ਇੱਕੋ ਹੀ ਤਸੱਲੀ ਹੈ ਕਿ ਇਹ ਕਿ ਲੋਕੀ ਕਿ ਆਪਣੇ ਘਰਾਂ 'ਚ ਉੱਥੇ ਬੈਠੇ ਨੇ ਤੇ ਉਹਨਾਂ ਨੇ ਚੰਗੇ ਕੰਟਰੀ ਦੇ ਵਿੱਚ ਵਾਪਸ ਆਉਣਾ, ਤੇ ਆਉਂਦਿਆਂ ਉਹਨਾਂ ਨੂੰ ਤੁਸੀਂ ਆਪਣੇ ਲੋਕਾਂ ਦੇ ਘਰ ਨੇ, ਰਹਿਣ ਦੀ ਜਗ੍ਹਾ ਹੈਗੀ, ਸਾਰਾ ਕੁਝ ਹੈਗਾ। ਸੋ ਫਾਇਦਾ ਉਹਦਾ ਮਤਲਬ ਕਿ ਕੋਈ ਵੱਡਾ ਨੁਕਸਾਨ ਨਹੀਂ ਸਾਡਾ ਹੈਗਾ, ਪਰ ਟਾਈਮ ਦਾ ਜ਼ਰੂਰ ਗੱਲ ਹੋਈ ਹੈ। ਕਿਉਂਕਿ ਮੈਨੂੰ ਕਾਫੀ ਲੋਕਾਂ ਨਾਲ ਮੈਂ ਗੱਲਬਾਤ ਹੁੰਦੀ ਰਹੀ ਹੈ ਮੇਰੀ, ਕਿਉਂਕਿ ਮੇਰੀ ਕਾਫੀ ਇਨਵੋਲਵਮੈਂਟ ਹੋਣ ਕਰਕੇ ਮੈਂਬਰਸ ਆਫ ਪਾਰਲੀਮੈਂਟ ਨੂੰ ਮੈਂ ਕੰਟੈਕਟ ਕੀਤਾ। ਜਿਸ ਵੀ MP ਨੂੰ ਗੱਲ ਕੀਤੀ ਉਹਨਾਂ ਨੇ ਪੂਰੀ ਆਪਣੀ ਬਲਕਿ ਪੂਰੀ ਕੋਸ਼ਿਸ਼ ਕਰਕੇ ਉਹਨਾਂ ਦੀ ਕੀਤੀ ਹੈਲਪ। ਬਲਕਿ ਸਾਡੇ ਰੇਡੀਓ ਸਟੇਸ਼ਨ ਨੇ, ਸਾਡਾ ਅਦਾਰਾ, ਇਹਨਾਂ ਨੇ, ਸਾਂਝਾ ਪੰਜਾਬ ਵਾਲਿਆਂ ਨੇ, ਬਾਕੀ ਸਟੇਸ਼ਨ ਸਾਰਿਆਂ ਨੇ ਇਸ ਕੰਮ ਵਾਸਤੇ ਬਹੁਤ ਹੀ ਅਵੇਅਰਨੈਸ ਕੀਤੀ ਹੈ ਰੇਜ਼। ਬਟ ਜਿਹੜਾ ਅੱਜ ਮੈਂ ਇਸ਼ੂ ਕੀਤਾ ਰੇਜ਼ ਪਹਿਲਾਂ, ਉਹਦੇ ਬਾਰੇ ਥੋੜ੍ਹਾ ਜਿਹਾ ਧਿਆਨ ਦਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਇਹ ਕਨੈਕਟੀਵਿਟੀ ਵਧਾਉਣੀ ਹੈ, ਇਹਨੂੰ ਮੇਨਟੇਨ ਕਿਸ ਤਰ੍ਹਾਂ ਕਰਨਾ, ਆਪਣੀ ਜਿਹੜੀ ਟਰਾਂਸਪੋਰਟੇਸ਼ਨ ਹੈ ਬੈਕ ਹੋਮ ਉਹਨੂੰ ਕਿਸ ਤਰ੍ਹਾਂ ਕਾਇਮ ਰੱਖਣਾ, ਤਾਂ ਕਿ ਲੋਕ ਆਉਣ ਜਾਣ, ਇਹ ਨਾ ਹੋਏ ਵੀ ਉੱਥੇ ਕੰਮ ਬੰਦ ਹੋ ਜਾਏ। ਇਕੱਲਾ ਨਹੀਂ ਵੀ ਅਸੀਂ ਜਿਹੜੇ ਉੱਥੇ ਜਿਹੜੇ ਗਏ ਨੇ ਉਹੀ ਫਸੇ ਨੇ ਕਿ ਉਹਨਾਂ ਦੇ ਨੁਕਸਾਨ ਹੋਇਆ। ਉਹਨਾਂ ਦੇ ਸ਼ੁਰੂ ਦੇ ਵਿੱਚ ਬੜੇ ਵੱਡੇ ਐਲੀਗੇਸ਼ਨਸ ਲੱਗੇ ਵੀ ਇਹ ਲੋਕ ਕੈਨੇਡਾ ਤੋਂ ਆ ਕੇ ਇਹਨਾਂ ਇੱਥੇ ਸਾਡੇ ਵਿੱਚ ਵਾਇਰਸ ਫੈਲਾ ਦਿੱਤੀ ਹੈ। ਟੋਟਲ ਰੋਂਗ ਕੰਮ ਹੋਇਆ ਸੀ। ਉਹ ਵੀ ਫਿਰ ਗਵਰਨਮੈਂਟ ਨੇ ਕਰੈਕਟ ਕੀਤਾ, ਕਿਉਂਕਿ ਸਾਡੇ ਲੋਕ ਤੇ ਗਏ ਸੀ ਸਤੰਬਰ ਦੇ ਵਿੱਚ, ਅਗਸਤ ਦੇ ਵਿੱਚ ਇੱਥੋਂ, ਤੇ ਅਗਸਤ ਦੇ ਵਿੱਚ ਤੇ ਕੋਵਿਡ-19 ਦੀ ਕੋਈ ਗੱਲ ਨਹੀਂ ਸੀ ਹੈਗੀ। ਇਹ ਕੋਵਿਡ-19 ਦੇ ਆਇਆ ਉੱਥੇ ਕਿਸੇ ਹੋਰ ਕੰਟਰੀ ਦਾ, ਉਹਦਾ ਮੈਂ ਨਾਂ ਨਹੀਂ ਲੈਣਾ, ਮੇਰੇ ਪੈਣਗੇ ਗੱਲ ਸਾਰੇ ਵੀ ਤੁਸੀਂ ਇਹ ਕਿਉਂ ਗੱਲ ਕਰਦੇ ਪਿਓ। ਪਰ ਜਿਹੜੀ ਅਸਲੀ ਗੱਲ ਹੈ ਉਹਦੇ ਤੋਂ ਭੱਜਣਾ ਜਿਹੜਾ ਨਾ ਬੜੀ ਬੇਵਕੂਫੀ ਹੈ। ਤੇ ਆਪਣੇ ਆਪ ਨੂੰ ਅਸੀਂ ਸਮਝਾਂਗੇ ਵੀ ਅਸੀਂ ਪਤਾ ਨਹੀਂ ਡਰਦੇ ਕਿਉਂ ਗੱਲ ਕਰਨ ਤੋਂ, ਕਿ ਇਹ ਸਾਡਾ ਹੱਕ ਬਣਦਾ ਵੀ ਤੁਸੀਂ ਟੈਕਸ ਪੇਅਰ ਹੋ, ਸਿਟੀਜ਼ਨ ਹੋ, 20 30 40 ਸਾਲ ਤੋਂ ਰਹਿ ਰਹੇ ਹੋ, ਤੇ 에ਅਰਲਾਈਨ ਦਾ ਵੀ ਬਣਦਾ ਫਰਜ਼ ਵੀ ਕੁਛ ਨਾ ਕੁਛ ਪੈਸੇ ਤਾਂ ਵਾਪਸ ਕਰਨ। ਤੇ ਇਹਦੇ ਬਾਰੇ ਕੋਈ ਨਾ ਕੋਈ ਤਾਂ ਸੋਲੂਸ਼ਨ ਹੋਏਗਾ ਹੀ। ਸੌਰੀ ਜਵਾਬ ਲੰਬਾ ਚਲਾ ਗਿਆ। ਬਿਲਕੁਲ ਜੀ, ਪਰ ਬਹੁਤ ਵਧੀਆ ਤੁਸੀਂ ਐਕਸਪਲੇਨ ਕੀਤਾ। ਇੱਕ ਹੋਰ ਕਾਲਰ ਨਹੀਂ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਮੈਂ ਪੁੱਛਣਾ ਕਿ ਇਹ ਕਹਿੰਦੇ ਸਾਨੂੰ ਦਵਾਈ ਆ ਗਈ, ਲਾਸਟ ਸਟੇਜ ਤੇ ਦਵਾਈ ਆ ਗਈ ਹੈ ਕੋਵਿਡ ਦੀ, ਤੇ ਰੋਜ਼ ਹੀ ਨਿਊਜ਼ ਆਉਂਦੀ ਹੈ ਕਿ ਲਾਸਟ ਸਟੇਜ ਤੇ ਦਵਾਈ ਟੈਸਟਿੰਗ, ਇਹਦੇ ਬਾਰੇ ਥੋੜਾ ਜਿਹਾ ਦੱਸੋਗੇ ਡਾਕਟਰ? ਮੈਂ ਤੁਹਾਨੂੰ ਨਾ, ਤੁਹਾਡਾ ਬਹੁਤ ਸੋਹਣਾ ਸਵਾਲ ਹੈ ਇਹ ਨਾ। ਤੁਸੀਂ ਕੋਈ ਵੀ TV ਸਟੇਸ਼ਨ ਔਨ ਕਰ ਲਓ, ਕੋਈ ਰੇਡੀਓ ਔਨ ਕਰ ਲਓ, ਕੋਈ ਅਖਬਾਰ ਪੜ੍ਹ ਲਓ, ਕੋਈ ਫੇਸਬੁੱਕ, ਕੋਈ ਵੀ ਸੋਸ਼ਲ ਮੀਡੀਆ ਪੜ੍ਹ ਲਓ, ਬਸ ਦਵਾਈ ਪਹੁੰਚ ਗਈ ਜੀ। ਬਸ ਅਜੇ ਤੱਕ ਨਾ ਕਿਸੇ ਵੀ ਕੰਟਰੀ ਤੋਂ, ਕਿਸੇ ਵੀ ਆਰਗੇਨਾਈਜੇਸ਼ਨ ਤੋਂ, WHO ਸਭ ਤੋਂ ਮੇਨ, ਜਾਂ ਕੋਈ ਵੀ ਹੈਲਥ ਕੈਨੇਡਾ ਤੋਂ ਕੋਈ ਮੈਡੀਸਨ ਇਹੋ ਜਿਹੀ ਨਹੀਂ ਜਿਹੜੀ ਫਸਟ ਲਾਈਨ ਕੋਈ ਡਰੱਗ ਹੈਗੀ ਇਸ ਟਾਈਮ ਦੇ ਵਿੱਚ। ਇਹ ਜ਼ਰੂਰ ਹੈਗਾ ਕਿ ਜਦੋਂ ਤਕਲੀਫ ਵੱਧਦੀ ਹੈ ਹਸਪੀਟਲ ਵਿੱਚ ਜਾ ਕੇ ਤੁਹਾਨੂੰ ਉਸ ਸਿਸਟਮ ਦੇ ਵਿੱਚ ਸਪੋਰਟ ਕਰਦੇ ਨੇ, 2-3 ਮੈਡੀਸਨ ਕਰਦੇ ਨੇ ਯੂਜ਼। ਇੱਕ ਹੈਗੀ ਐਂਟੀਵਾਇਰਲ ਮੈਡੀਕੇਸ਼ਨ, ਇੱਕ ਸਟੀਰੋਇਡਸ ਨੇ, ਡੈਕਸਾਮੇਥਾਸੋਨ, ਉਹ ਕਰਦੇ ਨੇ ਯੂਜ਼। ਕਈ ਜਗ੍ਹਾ ਵਿੱਚ ਉਹ ਕਲੋਰੋਕਵਿਨ ਕਰਦੇ ਪਏ ਨੇ ਯੂਜ਼। ਸੋ ਕੰਬੀਨੇਸ਼ਨ ਸਾਰੇ ਯੂਜ਼ ਕਰਦੇ ਪਏ ਨੇ। ਤੁਹਾਡੀ ਗੱਲ ਦਾ ਇੱਕੋ ਮੇਰੇ ਕੋਲ ਜਵਾਬ ਹੈ, ਕੋਈ ਪੱਕੀ ਕੋਈ ਦਵਾਈ ਨਹੀਂ। ਪਰ ਜਦੋਂ ਬੰਦਾ ਫਸਿਆ ਹੁੰਦਾ, ਬਿਮਾਰ ਹੁੰਦਾ, ਮਰਨ ਤੱਕ ਪਹੁੰਚਿਆ, ਉਹਨਾਂ ਨੇ ਹਰ ਟਰਾਈ ਕਰਨੀ ਹੈ। ਦੁਨੀਆ ਹਰ ਮੁਲਕ ਦੇ ਵਿੱਚ ਹਰ ਤਰ੍ਹਾਂ ਦੀ ਉਹ ਟਰਾਈ ਕਰਦੇ ਪਏ ਨੇ। ਇਸੇ ਕਰਕੇ ਹੀ ਕਈ ਵਾਰੀ ਉਹ ਕਹਿ ਦਿੰਦੇ ਨੇ ਵੀ ਇਸ ਜਗ੍ਹਾ ਦੇ ਵਿੱਚ ਚੰਗੀ ਤਰੱਕੀ ਹੋ ਗਈ, ਇੱਥੇ ਜ਼ਿਆਦਾ ਬੰਦੇ ਮਰ ਗਏ। ਡਿਪੈਂਡ ਕਰਦਾ ਵੀ ਲੈਵਲ ਆਫ ਕੇਅਰ ਕਿੱਥੇ ਜ਼ਿਆਦਾ। ਸੋ ਸਪੋਜ਼ ਵੀ ਕੈਨੇਡਾ ਵਿੱਚ ਤੇ ਜਿਹੜੇ ਵੀ ਹਸਪੀਟਲ ਵਿੱਚ ਗਏ ਨੇ, ਕਿੰਨੇ 80-90% ਤੇ ਲੋਕੀ ਰਿਕਵਰ ਹੋਏ ਨੇ। ਕੋਈ ਨਾ ਕੋਈ ਕਾਰਨ ਤੇ ਹੈ ਨਾ। ਤੇ ਇਸ ਕਰਕੇ ਕੋਈ ਫਿਕਰ ਕਰਨ ਵਾਲੀ ਗੱਲ ਨਹੀਂ। ਤੁਸੀਂ ਜਿਸ ਤਰ੍ਹਾਂ ਵੀ ਆਪਣੇ ਲੋਕਾਂ ਨੇ ਜਾਂ PC ਦੇ ਵਿੱਚ ਸਰਕਾਰ ਨੇ ਜਾਂ ਕੈਨੇਡਾ ਦੀ ਗਵਰਨਮੈਂਟ ਨੇ ਜਿਸ ਤਰੀਕੇ ਨਾਲ ਵੀ ਡੀਲ ਕੀਤਾ, ਮੈਂ ਸਮਝਦਾ ਵੀ ਆਪਾਂ ਲੱਕੀ ਹਾਂ ਵੀ ਸਿਸਟਮ ਕਿਹੜਾ ਸੋਹਣਾ। ਐਟਲੀਸਟ ਸਾਨੂੰ ਹੋਪ ਤੇ ਆਣਾ। ਜੇ ਅੱਜ ਬਿਮਾਰ ਆਪਾਂ ਫੋਨ ਕਰੀਏ 811 ਨੂੰ, 911 ਨੂੰ, ਕਿਸੇ ਨੇ ਨਾ ਤਾਂ ਨਹੀਂ ਕਰਨੀ ਵੀ ਤੁਸੀਂ ਨਹੀਂ ਆਉਣਾ। ਸੋ ਪਲੀਜ਼ ਇਹਦਾ ਵਾਚ ਕਰੋ। ਪਰ ਸਭ ਤੋਂ ਪਤਾ ਕਿ ਇਲਾਜ ਕੀ ਚੰਗਾ ਭਾਈ ਸਾਹਿਬ ਜਿਨ੍ਹਾਂ ਨੇ ਫੋਨ ਕੀਤਾ, ਕਿ ਜਿਹੜੀ ਪ੍ਰੀਵੈਂਸ਼ਨ ਹੈ, ਆਪਣੀ ਡਿਸਟੈਂਸ ਰੱਖਣਾ, ਆਪਣੇ ਜਿਹੜੀ ਇਹਨਾਂ ਹਾਈਜੀਨ ਦਾ, ਆਪਣੀ ਸੈਨੀਟੇਸ਼ਨ ਦਾ, ਇੱਕ ਦੂਜੇ ਤੋਂ ਦੂਰ ਰਹਿਣਾ, ਉਹ ਬਹੁਤ ਹੀ ਇੰਪੋਰਟੈਂਟ ਹੈ। ਉਹਦੇ ਕਰਕੇ ਹੀ ਆਪਾਂ ਬਚਣਾ। ਟਰਾਂਸਮਿਸ਼ਨ ਦਾ ਜਿਹੜਾ ਕਾਰਨ ਉਹ ਨਹੀਂ ਬਦਲਿਆ ਡੇ 1 ਤੋਂ। ਸੇਮ ਕਾਰਨ ਹੈ ਵੀ ਇਹ ਜਾਂਦੀ ਹੈ
ਥੁੱਕ ਦੇ ਨਾਲ ਜਾਣੀ ਹੈ, ਥੁੱਕ ਦੇ ਵਿੱਚ ਪਾਣੀ ਹੁੰਦਾ, ਪਾਣੀ ਵਿੱਚ ਵਾਇਰਸ, ਉਹਦੇ ਥਰੂ ਜਾਣੀ ਹੈ। ਜੀ ਬਿਲਕੁਲ ਡਾਕਟਰ ਚੀਮਾ, ਤੁਸੀਂ ਹਮੇਸ਼ਾ ਬਹੁਤ ਵਧੀਆ ਤਰ੍ਹਾਂ ਐਕਸਪਲੇਨ ਕਰਦੇ ਹੈਗੇ ਹੋ ਤੇ ਅੱਜ ਫੇਰ ਤੋਂ ਮੇਰੇ ਕੁਐਸਚਨ ਜਿਹੜੇ ਹੈਗੇ ਨੇ ਉਹ ਰਹਿ ਗਏ ਨੇ ਕਿ ਜਿਨ੍ਹਾਂ ਦੇ ਮੈਂ ਚਾਹੁੰਦੀ ਸੀ ਕਿ ਤੁਸੀਂ ਸਵਾਲ ਦਿੰਦੇ ਅੱਜ, ਪਰ ਟਾਈਮ ਪੂਰਾ ਸੀ ਸਾਡੇ ਕੋਲ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਫਿਰ ਤੋਂ ਇੱਕ ਵਾਰ ਫੇਰ ਇਨਵੀਟੇਸ਼ਨ ਦਿੱਤਾ ਜਾਵੇ ਤੇ ਤੁਸੀਂ ਫਿਰ ਤੋਂ ਸਾਨੂੰ ਜਾਣਕਾਰੀ ਦਿਓ ਕਿ ਕੀ ਕੁਝ ਹੋ ਰਿਹਾ ਕੈਨੇਡਾ ਦੇ ਲਈ। ਪਰ ਅੱਜ ਦੇ ਲਈ ਆਉਣ ਦੇ ਲਈ ਤੁਹਾਡਾ ਫਿਰ ਤੋਂ ਧੰਨਵਾਦ। ਮੈਂ ਸਮਝਣਾ ਕਿ ਜਿਹੜੀ ਇਨਫੋਰਮੇਸ਼ਨ ਇਹ ਪਾਵਰ ਹੈ ਤੇ ਜਿਹੜੀ ਨੌਲੇਜ ਹੈ ਉਹਨੂੰ ਪ੍ਰੈਕਟੀਕਲ ਰੂਪ ਵਿੱਚ ਦੇਣਾ ਉਹ ਸਭ ਤੋਂ ਇੰਪੋਰਟੈਂਟ ਹੈ। ਘਰ ਦੇ ਵਿੱਚ ਬਹਿ ਕੇ ਗੱਲ ਇਹ ਕਰਨੀ ਵੀ ਮੈਂ ਕੀ ਲੈਣਾ, ਮੈਨੂੰ ਕੀ ਪ੍ਰੋਬਲਮ ਹੈ, ਮੇਰਾ ਤਾਂ ਕੰਮ ਹੋ ਗਿਆ, ਮੇਰੇ ਤਾਂ ਰਿਸ਼ਤੇਦਾਰ ਆ ਗਏ ਨੇ, ਮੇਰੀ ਫੈਮਿਲੀ ਸਾਰੀ ਸੈਟ ਹੈ, ਮੇਰੇ ਕੋਲ ਘਰ ਹੈ, ਮੇਰੇ ਕੋਲ ਡੈਟ ਨਹੀਂ ਹੈਗਾ, ਮੈਂ ਕੀ ਲੈਣਾ, ਇਹ ਗੱਲਾਂ ਸਾਨੂੰ ਜੇ ਅਸੀਂ ਇਹਨਾਂ ਗੱਲਾਂ ਨੂੰ ਬੰਦ ਕਰਕੇ ਨਾ ਤੇ ਆਪਣੀ ਤਾਕਤ ਜਿਹੜੀ ਹੈ ਨਾ ਉਹਨੂੰ ਕਰੀਏ ਯੂਜ਼ ਤੇ ਇੱਕ ਦੂਜੇ ਦੀ ਹੈਲਪ ਕਰੀਏ, ਜਿਹੜਾ ਹੈਲਪ ਦੇ ਵਿੱਚ ਹੀ ਸੰਸਾਰ ਨੇ ਵਸਣਾ ਤੇ ਇਸੇ ਹੀ ਕੰਟਰੀ ਦੇ ਵਿੱਚ ਆਪਾਂ ਕਿੰਨੇ ਚੰਗੇ ਮੁਲਕ ਦੇ ਵਿੱਚ ਚੰਗੀ ਕਿੰਨੀ ਵਧੀਆ ਫੈਡਰਲ ਗਵਰਨਮੈਂਟ ਸਾਨੂੰ ਮਿਲੀ ਹੈ ਤੇ ਕਿੰਨੀ ਚੰਗੀ ਸਾਨੂੰ ਇੱਥੇ BC ਦੇ ਵਿੱਚ ਜਿਹੜੀ ਗਵਰਨਮੈਂਟ ਨੇ ਜਿਸ ਤਰੀਕੇ ਨਾਲ ਹੈਲਥ ਦਾ ਇਸ਼ੂ ਇਹਨਾਂ ਨੇ ਇਸ਼ੂ ਨੂੰ ਡੀਲ ਕੀਤਾ, ਮੈਂ ਸਮਝਣਾ ਵੀ ਐਗਜ਼ਾਮਪਲ ਹੈ ਦੁਨੀਆ ਦੇ ਵਿੱਚ। ਜੀ ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਅੱਜ ਗੱਲਬਾਤ ਹੋਈ ਡਾਕਟਰ ਗੁਲਜ਼ਾਰ ਚੀਮਾ ਜੀ ਦੇ ਨਾਲ, ਜਿਨ੍ਹਾਂ ਨੇ ਸਾਨੂੰ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ ਹੈ ਕਿ ਕੀ ਕੁਝ ਹੋ ਰਿਹਾ ਹੈ ਤੇ ਇਹ ਜਿਹੜੀ ਖਬਰ ਅੱਜ ਇਹਨਾਂ ਨੇ ਸਾਂਝੀ ਕੀਤੀ ਹੈ ਉਹਦੇ ਤੇ ਸੱਚਮੁੱਚ ਧਿਆਨ ਦੇਣ ਦੀ ਲੋੜ ਹੈਗੀ ਹੈ। ਜਿਹੜਾ 에ਅਰ ਬਬਲ ਬਣਾਇਆ ਗਿਆ ਹੈਗਾ ਟਰੈਵਲ ਕਰਨ ਦੇ ਲਈ, ਸੋ ਉਸ ਦੇ ਉੱਤੇ ਵੀ ਸਾਨੂੰ ਗੱਲਬਾਤ ਕਰਨੀ ਚਾਹੀਦੀ ਹੈ। ਸਾਨੂੰ ਆਪਣੇ MPs ਦੇ ਵੱਲ, ਆਪਣੇ ਜਿਹੜੇ ਲੋਕਲ ਪੋਲੀਟੀਸ਼ੀਅਨ ਹੈਗੇ ਉਹਨਾਂ ਦੇ ਵੱਲ ਜਾਣਾ ਚਾਹੀਦਾ, ਉਹਨਾਂ ਨੂੰ ਦੱਸਣਾ ਚਾਹੀਦਾ ਕਿ ਸਾਨੂੰ ਇਸ ਖਬਰ ਦੇ ਵੱਲ ਧਿਆਨ ਦੇਣਾ ਚਾਹੀਦਾ ਹੈਗਾ। ਸੋ ਤੁਸੀਂ ਆਪਣਾ ਰੱਖੋ ਖਿਆਲ। ਅਗਲੇ ਫਰਾਈਡੇ ਨੂੰ ਮੈਂ ਫਿਰ ਵਾਪਸ ਆਵਾਂਗੀ ਕਿਸੇ ਹੋਰ ਵਧੀਆ ਸ਼ਖਸੀਅਤ ਦੇ ਨਾਲ ਹੋਰ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਦੇ ਲਈ, ਪਰ ਤੁਸੀਂ TV ਛੱਡ ਕੇ ਕਿਤੇ ਨਹੀਂ ਜਾਣਾ ਕਿਉਂਕਿ ਸਾਫ਼ ਤੇ ਸਪਸ਼ਟ ਲੈ ਕੇ ਪਹੁੰਚ ਰਹੇ ਨੇ ਪੁਨੀਤ ਜੀ। ਦੇਖਦੇ ਰਹੋ ਸਾਂਝਾ TV। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।